ਹੈਲੋ ਦੋਸਤੋ, ਮੈਂ ਅੰਕਿਤ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਪ੍ਰਤਾਪ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਦੇ ਉੱਤੇ। ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਬਈ, ਪੰਜਾਬ ਦੇ ਹਰ ਇੱਕ ਐਗਜ਼ਾਮ ਦੇ ਲਈ ਆਪਾਂ ਨੇ ਐਂਸ਼ੀਐਂਟ ਹਿਸਟਰੀ ਦੇ 500 ਬੈਸਟ ਪ੍ਰੀਵੀਅਸ ਈਅਰ ਕੁਐਸਚਨ ਹੈ ਜਿਹੜੇ ਉਹ ਡਿਸਕਸ ਕਰਨੇ ਆ। ਇਸ ਤੋਂ ਪਹਿਲਾਂ 8 ਵੀਡੀਓ ਹੋ ਚੁੱਕੀਆਂ ਨੇ ਤੇ ਜੇ ਚੈਨਲ ਦੇ ਉੱਤੇ ਤੁਸੀਂ ਨਏ ਹੋ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਈ, ਠੀਕ ਹੈ। ਤੇ ਇੱਕ ਅਲੱਗ ਤੋਂ ਪਲੇਲਿਸਟ ਬਣੀ ਹੋਈ ਹੈ ਐਂਸ਼ੀਐਂਟ ਹਿਸਟਰੀ MCQ ਦੇ ਨਾਂ ਤੋਂ, ਉੱਥੇ ਜਾ ਕੇ ਤੁਸੀਂ ਪਹਿਲਾਂ ਵਾਲੀ ਜਿਹੜੀ 8 ਵੀਡੀਓਜ਼ ਹੋਈਆਂ ਨੇ ਉਹ ਦੇਖ ਸਕਦੇ ਹੋ, ਠੀਕ ਹੈ। ਤੇ ਅੱਜ ਆਪਾਂ ਸਟਾਰਟ ਕਰਦੇ ਹਾਂ ਆਪਣੀ 9ਵੀਂ ਵੀਡੀਓ ਤੋਂ, ਠੀਕ ਹੈ। ਤੇ ਬਾਕੀ ਜੇ ਕੋਈ ਵੀ ਕੁਐਰੀ ਤੁਹਾਡੀ ਹੈਗੀ ਹੈ ਤਾਂ ਤੁਸੀਂ ਡਾਇਰੈਕਟਲੀ ਮੈਨੂੰ ਮੈਸੇਜ ਕਰ ਸਕਦੇ ਹੋ ਇੰਸਟਾਗ੍ਰਾਮ ਦੇ ਉੱਤੇ, ਤੇ ਉਹ ਡਾਊਟ ਤੁਹਾਡੇ ਸੋਲਵ ਕਰੇ ਜਾਣਗੇ, ਠੀਕ ਹੈ। ਤੇ ਆਪਾਂ ਫਿਰ ਕਰਦੇ ਹਾਂ ਸਟਾਰਟ ਬਈ 171ਵੇਂ ਪ੍ਰਸ਼ਨ ਤੋਂ, ਠੀਕ ਹੈ। ਇਸ ਤੋਂ ਪਹਿਲਾਂ 170 ਆਪਾਂ ਡਿਸਕਸ ਕਰ ਚੁੱਕੇ ਹਾਂ। ਤੇ ਨਾਲੇ ਵੀ ਕੁਝ ਕੁਐਸਚਨ ਅਜਿਹੇ ਹੈਗੇ ਆ ਜਿਹੜੇ ਕਈ ਵਾਰ ਸਕਿਪ ਹੋ ਜਾਂਦੇ ਆ, ਜਿਵੇਂ ਆਪਾਂ ਇਧਰੋਂ ਕਰਦੇ ਆ ਨਾ, ਹਨਾ, ਕਈ ਵਾਰ ਉਹ ਧਿਆਨ ਨਹੀਂ ਰਹਿੰਦਾ, ਤਾਂ ਉਹ ਵੀ ਮੈਂ ਨੈਕਸਟ ਵੀਡੀਓ ਦੇ ਵਿੱਚ ਉਹ ਸਾਰੇ ਮੈਂ ਐਡ ਕਰ ਦੂੰ, ਠੀਕ ਹੈ। ਮੈਨੂੰ ਪਤਾ ਲੱਗਿਆ ਕਿ 2-3 ਕੁਐਸਚਨ ਹੈ ਸ਼ਾਇਦ ਉਹ ਆਪਾਂ ਮਿਸ ਕਰ ਚੁੱਕੇ ਹਾਂ, ਹਨਾ। ਕੋਈ ਨਹੀਂ, ਆਪਾਂ ਉਹਨੂੰ ਵੀ ਡਿਸਕਸ ਕਰ ਲਾਂਗੇ, ਠੀਕ ਹੈ। ਇਹ ਵੀ ਬੱਚਿਆਂ ਨੇ ਮੈਨੂੰ ਮੈਸੇਜ ਕਰਕੇ ਦੱਸਿਆ। ਤਾਂ ਚਲੋ ਬਈ ਆਪਾਂ ਸਟਾਰਟ ਕਰਦੇ ਹਾਂ ਬਈ 171ਵੇਂ ਪ੍ਰਸ਼ਨ ਤੋਂ। ਆਪਣਾ 171ਵਾਂ ਪ੍ਰਸ਼ਨ ਕੀ ਹੈ? ਆਯੁਰਵੇਦ ਦਾ ਮੂਲ ਡੈਸ਼ ਵਿੱਚ ਹੈ, ਠੀਕ ਹੈ ਨਾ। ਮਤਲਬ ਜਿਹੜਾ ਆਯੁਰਵੇਦ ਹੈ, ਆਯੁਰਵੇਦ ਦਾ ਓਰੀਜਨ ਕਿੱਥੋਂ ਹੋਇਆ, ਠੀਕ ਹੈ। ਆਯੁਰਵੇਦ ਦਾ ਓਰੀਜਨ ਕਿੱਥੋਂ ਹੋਇਆ, ਇਹ ਆਪਣਾ ਪ੍ਰਸ਼ਨ ਹੈ। ਤੇ ਇੱਕ ਪ੍ਰਸ਼ਨ ਹੈ ਜਿਹੜਾ ਕਾਫੀ ਜ਼ਿਆਦਾ ਕਨਫਿਊਜ਼ਨ ਹੈ ਕ੍ਰੀਏਟ ਕਰਦਾ ਹੈ। ਉਹਦਾ ਰੀਜ਼ਨ ਕੀ ਹੈ ਮੈਂ ਤੁਹਾਨੂੰ ਦੱਸਦਾ। ਜਿੰਨੇ ਵੀ ਆਪਣੇ ਵੇਦ ਹੈਗੇ ਆ, ਆਪਣੇ ਕੋਲ 4 ਵੇਦ ਨੇ, ਮਤਲਬ ਆਪਣੇ ਨਾ 4 ਵੇਦ ਹੈਗੇ ਆ, ਹਨਾ। ਚਾਰਾਂ ਦੇ ਨਾਂ ਇੱਥੇ ਲਿਖੇ ਹੋਏ ਆ, ਰਿਗਵੇਦ, ਸਾਮਵੇਦ, ਯਜੁਰਵੇਦ ਤੇ ਅਥਰਵੇਦ, ਠੀਕ ਹੈ। ਹਰ ਇੱਕ ਵੇਦ ਦਾ ਆਪਣਾ ਇੱਕ ਉਪਵੇਦ ਹੁੰਦਾ ਹੈ। ਹਰ ਇੱਕ ਵੇਦ ਦਾ ਆਪਣਾ ਇੱਕ ਉਪਵੇਦ ਹੁੰਦਾ ਹੈ, ਮਤਲਬ ਛੋਟਾ ਵੇਦ ਹੁੰਦਾ ਹੈ। ਉਹਦੇ ਤੇ ਵੀ ਕੁਐਸਚਨ ਆ ਜਾਂਦਾ ਹੈ ਕਿ ਰਿਗਵੇਦ ਦੇ ਉਪਵੇਦ ਦਾ ਕੀ ਨਾਂ ਹੈ, ਸਾਮਵੇਦ ਦੇ ਉਪਵੇਦ ਦਾ ਕੀ ਨਾਂ ਹੈ, ਯਜੁਰਵੇਦ ਦੇ ਉਪਵੇਦ ਦਾ ਕੀ ਨਾਂ ਹੈ। ਐਦਾਂ ਕਰਕੇ ਕੁਐਸਚਨ ਆ ਜਾਂਦਾ ਹੈ। ਬਟ ਇਹ ਉਹ ਵਾਲਾ ਕੁਐਸਚਨ ਨਹੀਂ ਹੈਗਾ, ਠੀਕ ਹੈ ਨਾ। ਕਈ ਬੱਚੇ ਕੀ ਕਰਦੇ ਆ, ਮੈਂ ਇਹਦਾ ਮਤਲਬ ਵੈਬਸਾਈਟਾਂ ਤੇ ਵੀ ਦੇਖਿਆ, ਕਾਫੀ ਸਾਰੀ ਵੈਬਸਾਈਟਾਂ ਵੀ ਇਹਨੂੰ ਰਿਗਵੇਦ ਠੀਕ ਕਰਦੀਆਂ, ਇਹਦਾ ਆਨਸਰ ਕਹਿੰਦੇ ਆ ਕਿ ਰਿਗਵੇਦ ਹੈ। ਕਾਫੀ ਸਾਰੇ ਸਟੂਡੈਂਟ ਵੀ ਕਹਿੰਦੇ ਆ ਵੀ ਇਹਦਾ ਜਿਹੜਾ ਆਨਸਰ ਹੈ ਉਹ ਰਿਗਵੇਦ ਹੈ, ਕਿਉਂਕਿ ਰਿਗਵੇਦ ਦੇ ਉਪਵੇਦ ਦਾ ਨਾਂ, ਜਿਹੜਾ ਰਿਗਵੇਦ ਹੈ, ਰਿਗਵੇਦ ਦੇ ਉਪਵੇਦ ਦਾ ਨਾਂ ਪਤਾ ਕੀ ਹੈ? ਉਪਵੇਦ ਦਾ ਨਾਂ ਹੈਗਾ ਆ ਆਯੁਰਵੇਦ। ਆਯੁਰਵੇਦ। ਬਟ ਇੱਥੇ ਕੁਐਸਚਨ ਦੇਖੋ ਕੀ ਹੈ। ਕੁਐਸਚਨ ਉਹਨਾਂ ਨੇ ਇਹ ਥੋੜੀ ਪੁੱਛਿਆ ਕਿ ਆਯੁਰਵੇਦ ਕਿਹੜੇ ਵੇਦ ਦਾ ਉਪਵੇਦ ਹੈ। ਜੇ ਤਾਂ ਕੁਐਸਚਨ ਇਹ ਹੁੰਦਾ ਹੈ ਕਿ ਆਯੁਰਵੇਦ ਕਿਹੜੇ ਵੇਦ ਦਾ ਉਪਵੇਦ ਹੈ, ਤਾਂ ਆਨਸਰ ਰਿਗਵੇਦ ਹੁੰਦਾ। ਉਹਨਾਂ ਨੇ ਪੁੱਛਿਆ ਕਿ ਜਿਹੜਾ ਆਯੁਰਵੇਦ ਹੈ ਉਸ ਦਾ ਓਰੀਜਨ ਕਿੱਥੋਂ ਹੋਇਆ, ਤਾਂ ਉਸ ਦਾ ਓਰੀਜਨ ਹੈ ਬਈ, ਇਹਦਾ ਰਾਈਟ ਆਨਸਰ ਡੀ ਹੋਊਗਾ, ਅਥਰਵੇਦ। ਅਥਰਵੇਦ ਦੇ ਵਿੱਚੋਂ ਮਤਲਬ ਜਿਹੜਾ ਆਯੁਰਵੇਦ ਹੈ ਨਾ, ਉਹਦਾ ਸਿਧਾਂਤ ਵਗੈਰਾ ਇਹ ਸਾਰਾ ਕੁਝ ਲਿਆ ਗਿਆ। ਮਤਲਬ ਅਥਰਵੇਦ ਹੈ ਜਿਹੜਾ, ਅਥਰਵੇਦ ਤੋਂ ਹੀ ਆਯੁਰਵੇਦ ਬਣਿਆ, ਬਸ ਤੁਸੀਂ ਇਹ ਯਾਦ ਰੱਖਣਾ ਹੈ। ਅਥਰਵੇਦ ਤੋਂ ਹੀ ਆਯੁਰਵੇਦ ਦਾ ਜਿਹੜਾ ਬਣਿਆ, ਆਯੁਰਵੇਦ ਦਾ ਜਿਹੜਾ ਓਰੀਜਨ ਹੈ, ਮੂਲ ਹੈ, ਉਹ ਕਿਹੜਾ ਵੇਦ, ਕਿਹੜੇ ਵੇਦ ਚੋਂ ਲਿਆ ਗਿਆ? ਅਥਰਵੇਦ ਤੋਂ, ਠੀਕ ਹੈ। ਇਹ ਯਾਦ ਰੱਖਣਾ ਹੈ। ਹਾਂ, ਜੇ ਤੁਹਾਨੂੰ ਇਦਾਂ ਦਾ ਕੁਐਸਚਨ ਕਦੇ ਆ ਜੇ ਕਿ ਆਯੁਰਵੇਦ ਕਿਹੜੇ ਵੇਦ ਦਾ ਉਪਵੇਦ ਹੈ, ਤਾਂ ਫਿਰ ਆਨਸਰ ਕੀ ਹੋਊਗਾ? ਤਾਂ ਆਨਸਰ ਹੋਊਗਾ ਰਿਗਵੇਦ, ਠੀਕ ਹੈ। ਇਹ ਕੁਐਸਚਨ 2 ਕੁਐਸਚਨ ਹੋ ਗਏ ਤੁਹਾਡੇ, ਧਿਆਨ ਨਾਲ ਦੇਖ ਲਓ। ਤੇ ਆਯੁਰਵੇਦ ਕਿਹੜੇ ਵੇਦ ਦਾ ਉਪਵੇਦ ਹੈ, ਤਾਂ ਰਿਗਵੇਦ ਆਊਗਾ ਆਨਸਰ। ਆਯੁਰਵੇਦ ਦਾ ਮੂਲ ਕਿਹੜੇ ਵੇਦ ਵਿੱਚ ਹੈ? ਅਥਰਵੇਦ ਆਊਗਾ, ਠੀਕ ਹੈ। ਯਾਦ ਰੱਖ ਲੈਣਾ ਆਪਾਂ ਨੇ। ਨੈਕਸਟ ਆ ਜਾਓ ਫਿਰ। ਵੈਦਿਕ ਕਾਲ ਦੀਆਂ 2 ਪ੍ਰਸਿੱਧ ਅਸੈਂਬਲੀਆਂ ਬਾਰੇ ਦੱਸਣਾ ਹੈ। 2 ਪ੍ਰਸਿੱਧ ਸਭਾ ਹੁੰਦੀ ਸੀ ਵੈਦਿਕ ਕਾਲ ਦੇ ਵਿੱਚ, ਠੀਕ ਹੈ ਨਾ। ਵੈਦਿਕ ਕਾਲ ਦੇ ਵਿੱਚ 2 ਪ੍ਰਸਿੱਧ ਸਭਾਵਾਂ ਹੁੰਦੀਆਂ ਸੀ। ਉਹਨਾਂ ਨੂੰ ਕੀ ਕਿਹਾ ਜਾਂਦਾ ਸੀ? ਤਾਂ ਉਹਨਾਂ ਨੂੰ ਕਿਹਾ ਜਾਂਦਾ ਸੀ, ਇੱਕ ਨੂੰ ਕਿਹਾ ਜਾਂਦਾ ਸੀ ਸਭਾ ਤੇ ਇੱਕ ਨੂੰ ਕਿਹਾ ਜਾਂਦਾ ਸੀ ਸਮਿਤੀ। ਸੁਪਰ ਇੰਪੋਰਟੈਂਟ ਹੈ, ਯਾਦ ਰੱਖਣਾ ਹੈ। ਸਭਾ ਤੇ ਸਮਿਤੀ ਇਹੀ ਜਿਹੜੇ ਫੈਸਲੇ ਕਰਦੀ ਸੀ, ਆਪਣਾ ਰਾਜਾ ਵਗੈਰਾ ਚੁਣਦੀ ਸੀ, ਹਨਾ, ਸਾਰਾ ਕੁਝ ਇਹ ਕਰਦੇ ਸੀ। ਤੇ ਇੱਕ ਪੁਆਇੰਟ ਇਹ ਵੀ ਯਾਦ ਰੱਖਣਾ ਹੈ, ਉਸ ਟਾਈਮ ਵੂਮੈਨਸ ਦੀ ਕੰਡੀਸ਼ਨ ਬਹੁਤ ਜ਼ਿਆਦਾ ਅੱਛੀ ਸੀ, ਤੇ ਵੂਮੈਨਸ ਹੈ ਜਿਹੜੀ ਉਹ ਵੀ ਸਭਾ ਸਮਿਤੀ ਜਿਹੜੀ ਸੀਗੀ ਇਹਨਾਂ ਦੇ ਵਿੱਚ ਪਾਰਟਿਸਿਪੇਟ ਕਰਦੀ ਸੀ, ਮਤਲਬ ਇਹਨਾਂ ਦੇ ਮੈਂਬਰ ਹੁੰਦੀ ਸੀ ਵੂਮੈਨਸ ਵੀ, ਠੀਕ ਹੈ ਨਾ। ਉਹ ਤਾਂ ਬਾਅਦ ਦੇ ਵਿੱਚ ਕੀ ਹੈ, ਵੈਦਿਕ ਕਾਲ ਤੋਂ ਬਾਅਦ ਹੌਲੀ ਹੌਲੀ ਸਮਾਜ ਦੇ ਵਿੱਚ ਕੀ ਹੈ, ਬੁਰਾਈਆਂ ਆਉਣੀ ਸ਼ੁਰੂ ਹੋ ਜਾਂਦੀਆਂ ਹੈ, ਤੇ ਵੈਦਿਕ ਕਾਲ ਤੋਂ ਬਾਅਦ ਵੂਮੈਨਸ ਦੀ ਜਿਹੜੀ ਪੋਜੀਸ਼ਨ ਹੈ ਉਹ ਥੋੜੀ ਡਾਊਨ ਹੋਣੀ ਸ਼ੁਰੂ ਹੋ ਜਾਂਦੀ ਹੈ। ਬਟ ਵੈਦਿਕ ਕਾਲ ਦੇ ਵਿੱਚ ਬਹੁਤ ਵਧੀਆ ਸੀ, ਜਿਹੜੀ ਸਭਾ ਸਮਿਤੀ ਵਗੈਰਾ ਹੁੰਦੀ ਸੀ, ਇਹਨਾਂ ਵਿੱਚ ਵੂਮੈਨਸ ਮੈਂਬਰ ਹੁੰਦੀਆਂ ਸੀ, ਠੀਕ ਹੈ। ਤੇ ਜਿਹੜੀ ਵੂਮੈਨ ਸਭਾ ਦੀ ਮੈਂਬਰ ਹੁੰਦੀ ਸੀ ਨਾ, ਉਹਨੂੰ ਸਭਾਪਤੀ ਕਿਹਾ ਜਾਂਦਾ ਸੀ, ਸਭਾਪਤੀ, ਠੀਕ ਹੈ ਨਾ। ਇਹ ਵੀ ਯਾਦ ਰੱਖ ਸਕਦੇ ਹੋ। ਨੈਕਸਟ, ਕੋਣਾਰਕ ਦਾ ਸੂਰਜ ਮੰਦਿਰ ਕਿਸਨੇ ਬਣਵਾਇਆ? ਤਾਂ ਕੋਣਾਰਕ ਬਹੁਤ ਇੰਪੋਰਟੈਂਟ ਹੈ। ਕੋਣਾਰਕ ਦਾ ਸੂਰਿਆ ਮੰਦਿਰ, ਕੋਣਾਰਕ ਕਿੱਥੇ ਹੈ? ਉੜੀਸਾ ਦੇ ਵਿੱਚ ਹੈ, ਹਨਾ। ਉੜੀਸਾ ਦੇ ਵਿੱਚ ਹੈ ਕੋਣਾਰਕ ਦਾ ਸੂਰਿਆ ਮੰਦਿਰ। ਉਹ ਕਿਹਨੇ ਬਣਵਾਇਆ ਸੀ? ਉਹ ਬਣਵਾਇਆ ਸੀਗਾ ਬਈ
ਨਰਸਿਮਹਦੇਵ ਪ੍ਰਥਮ ਨੇ, ਨਰਸਿਮਹਦੇਵ ਪਹਿਲਾ ਇਹ ਰਾਜਾ ਸੀ, ਇਸ ਨੇ ਬਣਵਾਇਆ ਸੀ ਇਹ ਮੰਦਿਰ। ਤੇ ਕੋਣਾਰਕ ਦੇ ਸੂਰਿਆ ਮੰਦਿਰ ਨੂੰ ਬਲੈਕ ਪਗੋਡਾ ਵੀ ਕਿਹਾ ਜਾਂਦਾ ਹੈ। ਇਹ ਵੀ ਬਹੁਤ ਇੰਪੋਰਟੈਂਟ ਹੈ, ਬਹੁਤ ਵਾਰ ਪੁੱਛਿਆ ਜਾਂਦਾ ਹੈ। ਬਲੈਕ ਪਗੋਡਾ ਕਿਹੜੇ ਮੰਦਿਰ ਨੂੰ ਕਿਹਾ ਜਾਂਦਾ ਹੈ? ਡਾਇਰੈਕਟ ਕੁਐਸਚਨ ਦੇਖਣ ਨੂੰ ਮਿਲਦਾ ਹੈ। ਬਲੈਕ ਪਗੋਡਾ ਕਿਹੜੇ ਮੰਦਿਰ ਨੂੰ ਕਿਹਾ ਜਾਂਦਾ ਹੈ? ਸੂਰਿਆ ਮੰਦਿਰ ਕੋਣਾਰਕ ਵਾਲੇ ਨੂੰ ਕਿਹਾ ਜਾਂਦਾ ਹੈ, ਜਿਹੜਾ ਕਿ ਉੜੀਸਾ ਦੇ ਵਿੱਚ ਹੈ। ਨਰਸਿਮਹਦੇਵ ਪ੍ਰਥਮ ਨੇ ਇਹ ਮੰਦਿਰ ਹੈ ਜਿਹੜਾ ਬਣਵਾਇਆ ਸੀ। ਤੇ ਤੁਹਾਡੇ ਲਈ ਕੁਐਸਚਨ ਹੈ ਕਿ ਇਹਦੀ ਜਿਹੜੀ ਫੋਟੋ ਹੈ ਹਨਾ, ਫੋਟੋ ਕਿੰਨੇ ਰੁਪਏ ਦੇ ਨੋਟ ਦੇ ਉੱਤੇ ਹੈ ਹਨਾ, ਇਹ ਜ਼ਰੂਰ ਦੱਸਣਾ ਤੁਸੀਂ। ਕਿਹੜੇ ਮਤਲਬ ਕਿਹੜੀ ਕਰੰਸੀ ਹੈ ਜਿਹਦੇ ਤੇ ਇਹਦੀ ਫੋਟੋ ਮਿਲੂਗੀ ਤੁਹਾਨੂੰ? 10 ਰੁਪਏ ਦਾ ਨੋਟ ਹੈ, 20 ਦਾ, 50 ਦਾ, 100 ਦਾ ਹਨਾ, ਇਹ ਕਰਕੇ ਦੱਸਣਾ ਤੁਸੀਂ ਇੱਦਾਂ ਕਰਕੇ। ਨੈਕਸਟ ਹੈ ਜੀ, ਸ਼ੁਰੂਆਤੀ ਵੈਦਿਕ ਕਾਲ ਵਿੱਚ ਜਿਹੜੀ ਵਰਨ ਪ੍ਰਣਾਲੀ ਹੁੰਦੀ ਸੀ, ਵਰਨ ਪ੍ਰਥਾ ਜਿਹੜੀ ਹੁੰਦੀ ਸੀ, ਮਤਲਬ ਵਰਨ ਸਿਸਟਮ, ਸੌਰੀ ਪ੍ਰਥਾ ਨਹੀਂ, ਵਰਨ ਸਿਸਟਮ ਜਿਹੜਾ ਹੁੰਦਾ ਸੀ, 4 ਵਰਨ ਹੁੰਦੇ ਸੀ, ਬ੍ਰਾਹਮਣ, ਛਤਰੀਏ, ਵੈਸਿਆ ਤੇ ਸ਼ੂਦਰ। ਇਹ 4 ਵਰਨ ਕਿਹਦੇ ਤੇ ਆਧਾਰਿਤ ਸੀਗੀ? ਤਾਂ ਸ਼ੁਰੂਆਤੀ ਵੈਦਿਕ ਕਾਲ ਦੇ ਵਿੱਚ ਹਨਾ, ਵੇਦਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜਿਹੜਾ ਵਰਨ ਵਿਵਸਥਾ ਹੁੰਦੀ ਸੀ, ਉਹ ਓਕੂਪੇਸ਼ਨ ਦੇ ਉੱਤੇ ਆਧਾਰਿਤ ਹੁੰਦੀ ਸੀ, ਉਹਦੇ ਕੰਮਾਂ ਦੇ ਉੱਤੇ। ਠੀਕ ਹੈ ਨਾ, ਜੋ ਵੀ ਵਿਅਕਤੀ ਜਿਹੋ ਜਿਹਾ ਕੰਮ ਕਰਦਾ ਸੀ ਹਨਾ, ਉਹਦੇ ਕੰਮ ਦੇ ਨਾਲ ਉਹਦਾ ਵਰਨ ਆ ਜਿਹੜਾ ਉਹ ਨਿਰਧਾਰਿਤ ਹੁੰਦਾ ਸੀ। ਠੀਕ ਹੈ, ਮੰਨ ਲਓ ਕੋਈ ਰਾਜਾ ਵਗੈਰਾ ਬਣ ਗਿਆ, ਜਾਂ ਫਿਰ ਕੋਈ ਸੈਨਾ ਦੇ ਵਿੱਚ ਹੈ ਜਿਹੜਾ ਰਕਸ਼ਾ ਕਰ ਰਿਹਾ ਹਨਾ, ਉਹਨਾਂ ਨੂੰ ਛਤਰੀਏ ਕਿਹਾ ਜਾਂਦਾ ਸੀ। ਠੀਕ ਹੈ, ਜਿਹੜੇ ਪੂਜਾ ਵਗੈਰਾ ਕਰ ਰਹੇ ਆ ਉਹਨਾਂ ਨੂੰ ਬ੍ਰਾਹਮਣ ਕਿਹਾ ਜਾਂਦਾ ਸੀ। ਤਾਂ ਇਹ ਸਾਰਾ ਕੁਝ ਵਰਨ ਦੇ ਉੱਤੇ ਜਿਹੜਾ ਵਰਨ ਸਿਸਟਮ ਸੀ, ਇਹ ਸਾਰਾ ਕੁਝ ਓਕੂਪੇਸ਼ਨ ਦੇ ਉੱਤੇ ਆਧਾਰਿਤ ਸੀਗਾ। ਠੀਕ ਹੈ, ਜਨਮ ਦੇ ਉੱਤੇ ਆਧਾਰਿਤ ਨਹੀਂ ਸੀ। ਜਨਮ ਦੇ ਉੱਤੇ ਹੌਲੀ ਹੌਲੀ ਕੀ ਹੈ, ਜਦੋਂ ਵੈਦਿਕ ਕਾਲ ਤੋਂ ਬਾਅਦ ਉੱਤਰ ਵੈਦਿਕ ਕਾਲ ਚੱਲਦਾ ਹੈ, ਸਮਾਜ ਦੇ ਵਿੱਚ ਹੌਲੀ ਹੌਲੀ ਚੇਂਜਸ ਆਣੇ ਸ਼ੁਰੂ ਹੁੰਦੇ ਆ, ਥੋੜੀ ਬੁਰਾਈਆਂ ਵਗੈਰਾ, ਕੁਰੀਤੀਆਂ ਵਗੈਰਾ ਜਦੋਂ ਐਂਟਰ ਕਰਨੀ ਸ਼ੁਰੂ ਹੋ ਜਾਂਦੀ ਹੈ ਨਾ, ਉਸ ਟਾਈਮ ਫਿਰ ਕੀ ਹੁੰਦਾ ਹੈ, ਇਹ ਕੰਮ ਤੋਂ ਹਟ ਕੇ ਇਹ ਜਿਹੜਾ ਵਰਨ ਸਿਸਟਮ ਹੈ ਇਹ ਜਨਮ ਤੇ ਆਧਾਰਿਤ ਹੋ ਜਾਂਦਾ ਹੈ ਹਨਾ। ਜਿਨੇ ਛਤਰੀਏ ਦੇ ਘਰ ਦੇ ਵਿੱਚ ਜਨਮ ਲਿਆ ਉਹ ਛਤਰੀਏ ਹੋ ਗਿਆ, ਜਿਹਨੇ ਬ੍ਰਾਹਮਣ ਦੇ ਘਰ ਦੇ ਵਿੱਚ ਜਨਮ ਲਿਆ ਉਹ ਬ੍ਰਾਹਮਣ ਹੋ ਗਿਆ। ਫਿਰ ਭਾਵੇਂ ਉਹ ਕੋਈ ਵੀ ਓਕੂਪੇਸ਼ਨ ਕਰਦਾ ਹੋਵੇ, ਕੋਈ ਵੀ ਕੰਮ ਧੰਦਾ ਉਹ ਕਰਦਾ ਹੋਵੇ ਹਨਾ, ਇਹ ਫਿਰ ਬਾਅਦ ਦੇ ਵਿੱਚ ਜਨਮ ਦੇ ਉੱਤੇ ਆਧਾਰਿਤ ਹੋ ਜਾਂਦਾ ਹੈ। ਤਾਂ ਪਹਿਲਾਂ ਸਟਾਰਟਿੰਗ ਦੇ ਵਿੱਚ ਇਹ ਕੀ ਸੀ, ਸਾਰਾ ਓਕੂਪੇਸ਼ਨ ਦੇ ਉੱਤੇ ਆਧਾਰਿਤ ਸੀ। ਠੀਕ ਹੈ, ਨੈਕਸਟ ਹੈ ਜੀ, ਇੱਕ ਬਹੁਤ ਫੇਮਸ ਕਹਾਵਤ ਹੈ ਵੈਦਿਕ ਕਾਲ ਦੀ ਕਿ ਜੰਗ ਹੈ ਜਿਹੜੀ, ਵਾਰ, ਉਹ ਮਨੁੱਖਾਂ ਦੇ ਮਨ ਵਿੱਚ ਸ਼ੁਰੂ ਹੁੰਦੀ ਹੈ। ਵਾਰ ਬਿਗਿਨਸ ਇਨ ਦੀ ਮਾਈਂਡਸ ਆਫ ਮੈਨ ਹਨਾ। ਇਹ ਕਿੱਥੋਂ ਲਈ ਗਈ ਹੈ, ਜਾਂ ਫਿਰ ਇਹ ਕਿੱਥੇ ਮਿਲੂਗੀ ਸਾਨੂੰ, ਕਿਹੜੇ ਵੇਦ 'ਚ ਮਿਲੂਗੀ, ਕਿਹੜੇ ਉਪਨਿਸ਼ਦ 'ਚ ਮਿਲੂਗੀ? ਤਾਂ ਇਹਦਾ ਰਾਈਟ ਆਨਸਰ ਹੈ ਅਥਰਵ ਵੇਦ। ਜਿਹੜਾ ਚੌਥਾ ਵੇਦ ਹੈ ਆਪਣਾ ਅਥਰਵ ਵੇਦ, ਉਹਦੇ ਵਿੱਚੋਂ ਇਹ ਕਹਾਵਤ ਹੈ ਜਿਹੜੀ ਲਈ ਗਈ ਹੈ ਕਿ ਜੰਗ ਮਨੁੱਖਾਂ ਦੇ ਮਨ ਵਿੱਚੋਂ ਸ਼ੁਰੂ ਹੁੰਦੀ ਹੈ। ਠੀਕ ਹੈ ਜੀ, ਯਾਦ ਰੱਖਣਾ ਹੈ। ਤੇ ਇੱਕ ਸਭ ਤੋਂ ਪਹਿਲਾਂ ਆਪਣਾ ਪ੍ਰਸ਼ਨ ਦੇਖਿਆ ਸੀ ਕਿ ਜਿਹੜਾ ਆਯੁਰਵੇਦ ਆ ਉਸ ਦਾ origin ਕਿੱਥੋਂ ਹੋਇਆ? ਅਥਰਵੇਦ ਤੋਂ ਹੀ ਹੋਇਆ ਹੈ। ਓਕੇ, ਨੈਕਸਟ ਆ ਜਾਓ ਫਿਰ। ਅੱਛਾ, ਇੱਕ ਇਹ ਦੇਖੋ ਮੁੰਡਕ ਉਪਨਿਸ਼ਦ ਹੈ ਨਾ, ਆਪਸ਼ਨ ਦੇ ਵਿੱਚ ਇੱਕ ਮੁੰਡਕ ਉਪਨਿਸ਼ਦ ਚੋਂ ਆਪਾਂ ਕੀ ਲਿਆ? ਬਹੁਤ ਹੀ ਕਾਮਨ, ਬਹੁਤ ਹੀ ਬੇਸਿਕ, ਬਹੁਤ ਹੀ ਸਿੰਪਲ ਜਿਹਾ ਪ੍ਰਸ਼ਨ ਹੈ, ਕਮੈਂਟ ਕਰਕੇ ਦੱਸਣਾ ਹੈ। ਮੁੰਡਕ ਉਪਨਿਸ਼ਦ ਤੋਂ ਆਪਾਂ ਨੇ ਕੀ ਲਿਆ? ਬਿਲਕੁਲ ਬੱਚਿਆਂ ਵਾਲਾ ਕੁਐਸਚਨ ਹੈ। ਠੀਕ ਹੈ, ਜਰੂਰ ਦੱਸਣਾ ਬਈ ਸਾਰਿਆਂ ਨੇ। ਠੀਕ ਹੈ, ਨੈਕਸਟ ਆ ਜਾਓ। ਸਿੰਧੂ ਘਾਟੀ ਸਭਿਅਤਾ ਦੇ ਲੋਕ ਡੈਸ਼ ਦੀ ਪੂਜਾ ਕਰਦੇ ਸਨ, ਤਾਂ ਇਹ ਦੱਸਣਾ। ਹਾਲਾਂਕਿ ਦੇਖੋ ਸਿੰਧੂ ਘਾਟੀ ਸਭਿਅਤਾ ਦੇ ਬਾਰੇ ਆਪਾਂ ਕੁਝ ਵੀ ਨਹੀਂ ਕਹਿ ਸਕਦੇ, ਕਿਉਂਕਿ ਉਹਨਾਂ ਦੀ ਜਿਹੜੀ ਲਿਪੀ ਹੈ ਉਹ ਆਪਾਂ ਨੇ ਨਹੀਂ ਪੜ੍ਹੀ। ਉਹਨਾਂ ਦੀ ਲਿਪੀ ਹੈ ਜਿਹੜੀ ਹਾਲੇ ਤੱਕ ਨਹੀਂ ਪੜ੍ਹੀ ਗਈ ਹੈ, ਅਨਡੈਸੀਫਰਡ ਲਿਪੀ ਹੈਗੀ ਹੈ। ਤੇ ਚਿਤਰਾਤਮਕ ਉਹਨਾਂ ਦੀ ਲਿਪੀ ਹੁੰਦੀ ਸੀ। ਚਿਤਰਾਤਮਕ ਮਤਲਬ ਚਿੱਤਰ ਵਗੈਰਾ ਯੂਜ਼ ਕਰਦੇ ਸੀ ਉਹ, ਸਿੰਬਲ ਵਗੈਰਾ, ਜਿਵੇਂ ਆਪਾਂ ਇਮੋਜੀ ਵਗੈਰਾ ਅੱਜ ਕੱਲ੍ਹ ਯੂਜ਼ ਕਰਦੇ ਹਾਂ ਹਨਾ। ਤਾਂ ਪਿਕਟੋਗ੍ਰਾਫਿਕ ਲਿਪੀ ਉਹਨੂੰ ਕਿਹਾ ਜਾਂਦਾ। ਪਿਕਟੋਗ੍ਰਾਫਿਕ ਲਿਪੀ ਸੀ ਉਹਨਾਂ ਦੀ, ਜਿਹੜੀ ਹਾਲੇ ਤੱਕ ਅਨਡੈਸੀਫਰ ਹੈ, ਮਤਲਬ ਨਹੀਂ ਪੜ੍ਹੀ ਗਈ। ਤਾਂ ਆਪਾਂ ਡਾਇਰੈਕਟਲੀ ਨਹੀਂ ਕਹਿ ਸਕਦੇ ਕਿ ਸਾਨੂੰ ਲਿਖਿਆ ਮਿਲ ਗਿਆ ਕਿ ਇਹ ਇਸ ਦੇਵਤਾ ਦੀ ਪੂਜਾ ਕਰਦੇ ਸੀ। ਠੀਕ ਹੈ, ਬਟ ਜਿਹੜੇ ਆਪਾਂ ਨੂੰ ਖੁਦਾਈ ਚੋਂ ਵਸਤੂਆਂ ਵਗੈਰਾ ਮਿਲੀਆਂ ਉਹਨਾਂ ਤੋਂ ਆਪਾਂ ਨੇ ਜਸਟ ਕੀ ਹੈ ਆਈਡੀਆ ਲਗਾਏ ਹੋਏ ਆ ਕਿ ਉਹਨਾਂ ਦਾ ਜਿਹੜਾ ਰਿਲੀਜਨ, ਧਾਰਮਿਕ ਜੀਵਨ ਸੀ ਉਹ ਇਸ ਤਰ੍ਹਾਂ ਦਾ ਹੋਣਾ। ਤਾਂ ਵਿਸ਼ਨੂੰ, ਇੰਦਰ, ਬ੍ਰਹਮਾ, ਇਹਨਾਂ ਬਾਰੇ ਕੋਈ ਨਹੀਂ ਆਪਾਂ ਨੂੰ ਕੁਝ ਮਿਲਿਆ। ਹਾਂ, ਪਸ਼ੂਪਤੀ ਬਾਰੇ ਆਪਾਂ ਕਹਿ ਸਕਦੇ ਹਾਂ, ਕਿਉਂਕਿ ਪਸ਼ੂਪਤੀ ਦੀ ਸੀਲ ਹੈ ਜਿਹੜੀ ਮੋਹਨਜੋਦਾਰੋ ਤੋਂ ਮਿਲੀ ਹੈ, ਜਿਹੜੀ ਮੋਹਰਾਂ ਨੇ ਹਨਾ, ਉੱਥੋਂ ਪਸ਼ੂਪਤੀ ਦੀ ਮੋਹਰ ਵਗੈਰਾ ਮਿਲੀ ਹੈ। ਤਾਂ ਕਰਕੇ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਸ਼ਾਇਦ ਇਹ ਪਸ਼ੂਪਤੀ ਦੀ ਪੂਜਾ ਕਰਦੇ ਸੀ। ਠੀਕ ਹੈ, ਤੇ ਪਸ਼ੂਪਤੀਨਾਥ ਟੈਂਪਲ ਕਿੱਥੇ ਹੈ ਇਹ ਵੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ। ਪਸ਼ੂਪਤੀਨਾਥ ਟੈਂਪਲ ਹੈ ਇੱਕ, ਜਾਂ ਪਸ਼ੂਪਤੀ ਟੈਂਪਲ। ਠੀਕ ਹੈ, ਬਹੁਤ ਇੰਪੋਰਟੈਂਟ ਹੈ, ਬਹੁਤ ਵਾਰ ਪੇਪਰਾਂ ਦੇ ਵਿੱਚ ਪੁੱਛੇ ਵੀ ਜਾਂਦਾ ਹੈ ਕੁਐਸਚਨ, ਪਸ਼ੂਪਤੀ ਟੈਂਪਲ ਜਿਹੜਾ ਉਹ ਕਿੱਥੇ ਹੈ। ਓਕੇ, ਨੈਕਸਟ ਆਓ ਬਾਈ ਫਿਰ। ਉਹ ਫਸਲ ਜੋ ਵੈਦਿਕ ਲੋਕਾਂ ਨੂੰ ਪਤਾ ਨਹੀਂ ਸੀ। ਠੀਕ ਹੈ ਨਾ, ਮਤਲਬ ਵੈਦਿਕ ਕਾਲ ਦੇ ਜੋ ਲੋਕ ਸੀ ਉਹਨਾਂ ਨੂੰ ਕਿਹੜੀ ਫਸਲ ਬਾਰੇ ਨਹੀਂ ਪਤਾ ਸੀ? ਤਾਂ ਬਾਹਰਲੇ ਮਤਲਬ ਜੌਂ ਪਤਾ ਸੀ ਉਹਨਾਂ ਨੂੰ, ਵੀਟ ਮਤਲਬ ਕਣਕ ਉਹ ਵੀ ਪਤਾ ਸੀ, ਰਾਈਸ ਉਹ ਵੀ ਪਤਾ ਸੀ, ਤੰਬਾਕੂ ਬਾਰੇ ਨਹੀਂ ਪਤਾ ਸੀ। ਠੀਕ ਹੈ, ਤੰਬਾਕੂ ਬਾਰੇ ਉਹਨਾਂ ਨੂੰ ਬਿਲਕੁਲ ਵੀ ਨਹੀਂ ਪਤਾ ਸੀ। ਠੀਕ ਹੈ, ਤੇ ਤੰਬਾਕੂ ਫਿਰ ਇੰਡੀਆ ਦੇ ਵਿੱਚ ਕਿਹਨੇ ਇੰਟਰੋਡਿਊਸ ਕਰਿਆ? ਪੁਰਤਗਾਲੀ ਜਿਹੜੇ ਆਏ ਸੀ ਹਨਾ, ਪੁਰਤਗਾਲੀ ਲੈ ਕੇ ਆਏ ਸੀ। ਮਤਲਬ ਪੁਰਤਗਾਲੀਆਂ ਨੇ ਤੰਬਾਕੂ ਦੀ ਖੇਤੀ ਹੈ ਜਿਹੜੀ
ਉਹ ਸ਼ੁਰੂ ਕਰੀ ਸੀ, ਇਹ ਵੀ ਯਾਦ ਰੱਖ ਲੈਣਾ, ਠੀਕ ਹੈ। ਨੈਕਸਟ ਆ ਜਾਓ, ਪਾਂਡਵਾਂ ਵਿੱਚੋਂ ਸਭ ਤੋਂ ਵੱਡਾ ਭਰਾ ਕੌਣ ਸੀ? ਤਾਂ ਪਾਂਡਵ ਮਹਾਭਾਰਤ ਦੇ ਵਿੱਚ ਤੁਸੀਂ ਮਤਲਬ ਪਾਂਡਵ ਤੇ ਕੌਰਵਾਂ ਦਾ ਯੁੱਧ ਹੋਇਆ, ਸਾਰਿਆਂ ਨੂੰ ਪਤਾ ਹੀ ਹੈ ਨਾ। ਤਾਂ ਪਾਂਡਵ ਜਿਹੜੇ ਸੀਗੇ 5 ਭਰਾ ਸੀ। ਪਿਤਾ ਦਾ ਨਾਂ ਇਹਨਾਂ ਦੇ ਸੀਗਾ ਬਈ ਫਾਦਰ ਨੇਮ ਪਾਂਡੂ, ਇਸੇ ਕਰਕੇ ਇਹਨਾਂ ਨੂੰ ਪਾਂਡਵ ਹੈ ਜਿਹੜਾ ਕਿਹਾ ਜਾਂਦਾ ਪਾਂਡੂ। ਤੇ ਮਾਤਾ ਦਾ ਨਾਂ ਸੀ ਇਹਨਾਂ ਦੀ ਕੁੰਤੀ, ਹੈ ਨਾ, ਪਤਾ ਸਾਰਿਆਂ ਨੂੰ, ਓਕੇ। ਰਾਜ ਪਾਠ ਇਹਨਾਂ ਕੋਲ ਸੀਗਾ ਇੰਦਰਪ੍ਰਸਥ ਦਾ, ਬਾਅਦ ਦੇ ਵਿੱਚ ਹਸਤੀਨਾਪੁਰ ਇਹਨਾਂ ਮਤਲਬ ਪਾਂਡੂ ਸੀਗਾ ਜਿਹੜਾ ਹਸਤੀਨਾਪੁਰ ਦਾ ਰਾਜਾ ਸੀ, ਠੀਕ ਹੈ। ਹਸਤੀਨਾਪੁਰ ਹੈ ਜਿਹੜਾ ਮੇਰਠ ਵਾਲਾ ਇਲਾਕਾ ਹੈ ਨਾ, ਉਹਨੂੰ ਕਿਹਾ ਜਾਂਦਾ ਉੱਤਰ ਪ੍ਰਦੇਸ਼ ਦੇ ਵਿੱਚ। ਜਮਨਾ ਨਦੀ ਨੂੰ ਪਾਰ ਕਰਨ ਤੋਂ ਬਾਅਦ ਹਰਿਆਣਾ ਕ੍ਰੋਸ ਕਰਨ ਤੋਂ ਬਾਅਦ ਉੱਤਰ ਪ੍ਰਦੇਸ਼ ਚੱਲਦਾ ਹੈ, ਤੇ ਮੇਰਠ ਵਾਲਾ ਏਰੀਆ ਜਿਹੜਾ ਆਉਂਦਾ ਮੇਰਠ ਸਹਾਰਨਪੁਰ ਵਾਲਾ, ਉਹੀ ਹਸਤੀਨਾਪੁਰ ਹੈ, ਠੀਕ ਹੈ। ਤੇ ਉਹ ਇਹਨਾਂ ਦਾ ਏਰੀਆ ਸੀਗਾ, ਉਹ ਤੁਸੀਂ ਕਹਿ ਸਕਦੇ ਹੋ। ਤੇ ਸਭ ਤੋਂ ਵੱਡਾ ਭਰਾ ਸੀ ਇਹਨਾਂ ਦਾ ਯੁਧਿਸ਼ਟਰ, ਠੀਕ ਹੈ। ਯੁਧਿਸ਼ਟਰ ਸੀਗਾ ਜਿਹੜਾ ਸਭ ਤੋਂ ਵੱਡਾ ਭਰਾ ਸੀ ਇਹਨਾਂ ਦਾ। 5 ਭਰਾ ਸੀ ਇਹ, ਠੀਕ ਹੈ। 6ਵਾਂ ਕਰਨ ਵੀ ਹੋ ਗਿਆ, ਕਰਨ ਵੀ ਇਹਨਾਂ ਦਾ ਹੀ ਬ੍ਰਦਰ ਹੈ ਜਿਹੜਾ, ਉਹ ਕਿਹਾ ਜਾਂਦਾ, ਓਕੇ। ਨੈਕਸਟ ਆ ਜਾਓ ਬਈ, ਤੇ ਮਹਾਭਾਰਤ ਦਾ ਯੁੱਧ ਕਿਹੜੇ ਸੰਨ ਦੇ ਵਿੱਚ ਹੋਇਆ ਸੀ? ਇਹ ਕੁਐਸਚਨ ਵੀ ਆ ਜਾਂਦਾ ਹੈ। ਮਹਾਭਾਰਤ ਦਾ ਜਿਹੜਾ ਯੁੱਧ ਹੈ ਉਹਦੀ ਡੇਟ ਇਤਿਹਾਸਕਾਰ ਮੰਨਦੇ ਆ 950 BC, 950 ਈਸਾ ਪੂਰਵ ਦੇ ਵਿੱਚ ਮੰਨੀ ਜਾਂਦੀ ਹੈ। 950 ਈਸਾ ਪੂਰਵ ਦੇ ਵਿੱਚ ਮੰਨੀ ਜਾਂਦੀ ਹੈ ਮਹਾਭਾਰਤ ਦੇ ਯੁੱਧ ਦੀ ਡੇਟ, ਠੀਕ ਹੈ ਬਈ। ਨੈਕਸਟ ਆ, ਕੰਬੋਡੀਆ ਦੇ ਮੰਦਰ ਦਾ ਨਾਮ ਦੱਸੋ ਜਿੱਥੇ ਰਾਮਾਇਣ ਤੇ ਮਹਾਭਾਰਤ ਦੇ ਦ੍ਰਿਸ਼ਾਂ ਨੂੰ ਦਰਸਾਇਆ ਗਿਆ ਹੈ? ਤਾਂ ਕੰਬੋਡੀਆ, ਠੀਕ ਹੈ ਜੀ। ਕੰਬੋਡੀਆ ਦੇਸ਼ ਦੇ ਵਿੱਚ ਇੱਕ ਮੰਦਰ ਮਿਲਦਾ ਹੈ ਜਿਹੜਾ ਪੂਰੀ ਦੁਨੀਆ ਦਾ ਸਭ ਤੋਂ ਵੱਡਾ ਮੰਦਰ ਹੈ ਹਿੰਦੂ ਧਰਮ ਦਾ, ਠੀਕ ਹੈ ਨਾ। ਪੂਰੀ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਮੰਦਰ ਹੈ ਹਿੰਦੂ ਧਰਮ ਦਾ, ਉਹ ਕੰਬੋਡੀਆ ਦੇਸ਼ ਦੇ ਵਿੱਚ ਹੈ, ਤੇ ਭਗਵਾਨ ਵਿਸ਼ਨੂੰ ਨੂੰ ਉਹ ਸਮਰਪਿਤ ਹੈ ਮੰਦਰ, ਠੀਕ ਹੈ। ਯੂਨੈਸਕੋ ਵਰਲਡ ਹੈਰੀਟੇਜ ਸਾਈਟ ਵੀ ਹੈਗਾ ਉਹ, ਠੀਕ ਹੈ। ਯੂਨੈਸਕੋ ਵਰਲਡ ਹੈਰੀਟੇਜ ਸਾਈਟ ਵੀ ਹੈਗਾ ਆ, ਤੇ ਉਸ ਮੰਦਰ ਨੂੰ ਕਿਹਾ ਜਾਂਦਾ ਹੈ ਅੰਕੋਰ ਵਾਟ ਮੰਦਰ। ਕੀ ਕਿਹਾ ਜਾਂਦਾ ਉਹਨੂੰ? ਅੰਕੋਰ ਵਾਟ ਦਾ ਮੰਦਰ ਕਿਹਾ ਜਾਂਦਾ ਹੈ, ਯਾਦ ਰੱਖ ਲੈਣਾ ਹੈ, ਠੀਕ ਹੈ ਜੀ। ਤੇ ਰਾਮਾਇਣ ਮਹਾਭਾਰਤ ਦੇ ਦ੍ਰਿਸ਼ਾਂ ਨੂੰ ਉੱਥੇ ਦਰਸਾਇਆ ਗਿਆ। ਇੱਕ ਆਪਸ਼ਨ ਦੇ ਵਿੱਚ ਇਹ ਟੈਂਪਲ ਦੇਖੋ ਬਾਈ, ਬ੍ਰਿਹਦੇਸ਼ਵਰ ਟੈਂਪਲ। ਬ੍ਰਿਹਦੇਸ਼ਵਰ ਟੈਂਪਲ ਬਹੁਤ ਇੰਪੋਰਟੈਂਟ ਹੈ, ਤਾਮਿਲਨਾਡੂ ਦੇ ਵਿੱਚ ਹੈ, ਯਾਦ ਰੱਖ ਲੈਣਾ ਹੈ। ਡਾਇਰੈਕਟ ਪੇਪਰ ਦੇ ਵਿੱਚ ਕੁਐਸਚਨ ਬਹੁਤ ਵਾਰ ਦੇਖਿਆ ਗਿਆ, ਬ੍ਰਿਹਦੇਸ਼ਵਰ ਟੈਂਪਲ ਕਿੱਥੇ ਹੈ? ਬ੍ਰਿਹਦੇਸ਼ਵਰ ਟੈਂਪਲ ਤਾਮਿਲਨਾਡੂ ਦੇ ਵਿੱਚ ਹੈ, ਠੀਕ ਹੈ, ਓਕੇ। ਨੈਕਸਟ ਆ, ਵੈਦਿਕ ਕਾਲ ਵਿੱਚ ਸਭ ਤੋਂ ਮਹੱਤਵਪੂਰਨ ਕਾਰੀਗਰ ਕੌਣ ਸੀ? ਵੈਦਿਕ ਕਾਲ ਦੇ ਵਿੱਚ ਦੇਖੋ ਹੁੰਦਾ ਕੀ ਹੈ, ਹੌਲੀ ਹੌਲੀ ਜਿਹੜੇ ਮਤਲਬ ਵੈਦਿਕ ਕਬੀਲੇ ਵਾਲੇ ਲੋਕ ਸੀਗੇ ਉਹ ਸਟੇਬਲ ਹੋਣਾ ਸ਼ੁਰੂ ਹੁੰਦੇ ਆ, ਖੇਤੀ ਕਰਨਾ ਸਟਾਰਟ ਕਰਦੇ ਆ, ਆਇਰਨ ਵੀ ਮਿਲਦਾ ਹੈ ਉਹਨਾਂ ਨੂੰ, ਹੈ ਨਾ। ਤਾਂ ਖੇਤੀ ਹੈ ਜਿਹੜਾ ਉਹਦਾ ਮਤਲਬ ਖੇਤਾਂ ਦਾ ਉਤਪਾਦਨ ਹੈ ਜਿਹੜਾ ਉਹ ਵੱਧ ਜਾਂਦਾ ਹੈ, ਤਾਂ ਪੈਸਾ ਆ ਜਾਂਦਾ ਹੈ, ਮਤਲਬ ਫਸਲ ਜ਼ਿਆਦਾ ਹੋਊਗੀ ਤਾਂ ਨੋਰਮਲ ਜੀ ਗੱਲ ਹੈ ਉਹ ਅਮੀਰ ਜ਼ਿਆਦਾ ਹੋਣਗੇ, ਹੈ ਨਾ। ਤਾਂ ਫਿਰ ਕੀ ਕਰਦੇ ਆ, ਨਵੇਂ ਨਵੇਂ ਕਿੱਤੇ ਜਿਹੜੇ ਉਹ ਉੱਭਰ ਕੇ ਆਉਂਦੇ ਆ। ਮਤਲਬ ਜਨਤਾ ਕੀ ਕਰਦੀ ਹੈ, ਜਿਹੜਾ ਕੰਮ ਮਤਲਬ ਪਹਿਲਾਂ ਤਾਂ ਸਾਰੇ ਕੰਮ ਖੁਦ ਹੀ ਕਰਦੇ ਸੀਗੇ ਜਿਹੜੇ ਲੋਕ ਸੀਗੇ ਨਾ, ਕੱਪੜਾ ਬੁਣਨਾ, ਬਰਤਨ ਬਣਾਉਣਾ, ਸਾਰਾ ਕੁਝ, ਹੈ ਨਾ, ਆਪਣਾ ਮਤਲਬ ਚਮੜੇ ਦਾ ਕੰਮ ਕਰਨਾ, ਸਾਰਾ ਕੁਝ ਕੰਮ ਉਹ ਖੁਦ ਹੀ ਕਰਦੇ ਸੀ। ਬਾਅਦ ਦੇ ਵਿੱਚ ਜਦੋਂ ਪੈਸਾ ਆ ਜਾਂਦਾ ਹੈ ਨਾ, ਹੈ ਨਾ, ਸਮਾਜ ਦੇ ਵਿੱਚ, ਤਾਂ ਉਹ ਕੀ ਕਰਦੇ ਆ ਵੀ ਮੇਰੇ ਕੋਲ ਪੈਸਾ ਤਾਂ ਹੈਗਾ, ਮੈਂ ਆਪਣੇ ਬਰਤਨ ਆਪ ਕਿਉਂ ਬਣਾਵਾਂ, ਹੈ ਨਾ। ਜੋ ਵੀ ਬੰਦਾ ਐਕਸਪਰਟ ਹੈਗਾ ਆਪਾਂ ਉਹਦੇ ਤੋਂ ਬਣਾ ਲੈਂਦੇ ਆ। ਕੋਈ ਲੱਕੜੀ ਦਾ ਕੰਮ ਕਰਨ ਵਾਲਾ ਹੈ ਨਾ, ਵੀ ਆਪਾਂ ਕਿਉਂ ਆਪਣਾ ਟਾਈਮ ਖਰਾਬ ਕਰੀਏ, ਆਪਾਂ ਕਿਸੇ ਹੋਰ ਤੋਂ ਆਪਣਾ ਲੱਕੜੀ ਦਾ ਕੰਮ ਕਰਾ ਲੈਣਗੇ, ਨਾਲੇ ਉਹਦੀ ਸਕਿੱਲ ਹੈ ਜਿਹੜੀ ਉਹ ਵੀ ਵਧੀਆ ਹੋਊਗੀ, ਹੈ ਨਾ। ਤਾਂ ਜਿਹੜੇ ਬੰਦੇ ਐਕਸਪਰਟ ਹੁੰਦੇ ਆ ਕੰਮਾਂ ਦੇ ਵਿੱਚ, ਉਹਨਾਂ ਤੋਂ ਕੰਮ ਕਰਾਣੇ ਜਨਤਾ ਨੇ ਸ਼ੁਰੂ ਕਰ ਲਏ। ਇੱਥੋਂ ਫਿਰ ਨਵੀਂ ਤੁਸੀਂ ਕਹਿ ਸਕਦੇ ਹੋ ਨਵੇਂ ਕਿੱਤੇ ਰੁਜ਼ਗਾਰ ਹੈ ਜਿਹੜੇ ਪੈਦਾ ਹੋਏ, ਤੇ ਬਾਅਦ ਦੇ ਵਿੱਚ ਉਹ ਕਾਸਟਾਂ ਦੇ ਵਿੱਚ ਵੀ ਕਨਵਰਟ ਹੋਏ ਆ, ਠੀਕ ਹੈ। ਤਾਂ ਵੈਦਿਕ ਕਾਲ ਦੇ ਵਿੱਚ ਜਿਹੜਾ ਸਭ ਤੋਂ ਫੇਮਸ ਸੀ ਕੰਮ, ਹੈ ਨਾ, ਉਹ ਸੀਗਾ ਵੀ ਕਾਰਪੈਂਟਰਾਂ ਦਾ, ਤਰਖਾਣ ਜਿਹਨੂੰ ਆਪਾਂ ਕਹਿੰਦੇ ਆ, ਠੀਕ ਹੈ ਨਾ, ਲੱਕੜ ਦਾ ਕੰਮ ਕਰਨ ਵਾਲੇ। ਕਾਰਪੈਂਟਰਾਂ ਦਾ ਕੰਮ ਹੈ ਜਿਹੜਾ ਉਹ ਸਭ ਤੋਂ ਜ਼ਿਆਦਾ ਮਤਲਬ ਕਾਰੀਗਰ ਉਸ ਸਭ ਤੋਂ ਮਤਲਬ ਮੇਨ ਸੀਗੇ ਉਸ ਟਾਈਮ, ਠੀਕ ਹੈ। ਹੌਲੀ ਹੌਲੀ ਕਰਕੇ ਗੋਲਡ ਸਮਿਥ, ਬਲੈਕ ਸਮਿਥ, ਬਾਰਬਰ, ਇਹ ਸਾਰੇ ਕਿੱਤੇ ਰੁਜ਼ਗਾਰ, ਫਿਸ਼ਰਮੈਨ, ਇਹ ਹੌਲੀ ਹੌਲੀ ਕਰਕੇ ਬਣਦੇ ਆ ਸਾਰਾ ਕੁਝ, ਠੀਕ ਹੈ। ਬਟ ਸਭ ਤੋਂ ਪਹਿਲਾਂ ਕੌਣ ਸੀ? ਕਾਰਪੈਂਟਰ, ਲੱਕੜ ਦਾ ਕੰਮ ਕਰਨ ਵਾਲੇ। ਨੈਕਸਟ, ਇਹਨਾਂ ਵਿੱਚੋਂ ਕਿਸ ਵਿੱਚ ਪ੍ਰਸਿੱਧ ਗਾਇਤਰੀ ਮੰਤਰ ਸ਼ਾਮਿਲ ਹੈ? ਤਾਂ ਗਾਇਤਰੀ ਮੰਤਰ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਬਹੁਤ ਕਾਮਨ ਮੰਤਰ ਹੈ, ਸਾਰਿਆਂ ਨੂੰ ਪਤਾ ਹੀ ਹੋਣਾ ਮੇ ਵੀ, ਠੀਕ ਹੈ। ਜੇ ਨਹੀਂ ਪਤਾ ਮੈਂ ਤੁਹਾਨੂੰ ਦੱਸਦਾ, ਇਹ ਜਿਹੜਾ ਗਾਇਤਰੀ ਮੰਤਰ ਹੈ ਇਹ ਰਿਗਵੇਦ ਤੋਂ ਲਿਆ ਗਿਆ ਬਈ, ਰਿਗਵੇਦ ਤੋਂ। ਤੇ ਰਿਗਵੇਦ ਦੇ ਵਿੱਚ ਟੋਟਲ 10 ਮੰਡਲ ਨੇ, ਕਿਤਨੇ? 10 ਮੰਡਲ। ਮੰਡਲ ਦਾ ਮਤਲਬ ਹੁੰਦਾ ਹੈ ਚੈਪਟਰ, ਇਹ ਸਮਝੋ ਤੁਸੀਂ, ਮਤਲਬ ਜਿਵੇਂ ਆਪਣੀ ਬੁੱਕਸ ਦੇ ਵਿੱਚ ਚੈਪਟਰ ਹੁੰਦੇ ਆ ਨਾ, ਇਦਾਂ ਕਰਕੇ ਰਿਗਵੇਦ ਦੇ ਵਿੱਚ ਤੁਸੀਂ ਚੈਪਟਰ ਸਮਝੋ। ਟੋਟਲ 10 ਚੈਪਟਰ ਨੇ, ਇੱਕ ਚੈਪਟਰ ਨੂੰ ਮੰਡਲ ਕਿਹਾ ਜਾਂਦਾ, 10 ਮੰਡਲ ਨੇ। ਤੇ 10 ਦੇ ਵਿੱਚੋਂ ਜਿਹੜਾ ਥਰਡ ਮੰਡਲ ਹੈ, ਤੀਸਰਾ ਮੰਡਲ ਹੈ ਜਿਹੜਾ, ਉਹਦੇ ਤੋਂ ਗਾਇਤਰੀ ਮੰਤਰ ਹੈ ਜਿਹੜਾ ਲਿਆ ਗਿਆ, ਗਾਇਤਰੀ ਮੰਤਰ, ਹੈ ਨਾ, ਓਮ ਭੂਰ ਭੁਵः स्वः तत्सवितुर्वरेण्यम ਵਾਲਾ, ਮੇ ਵੀ ਤੁਸੀਂ ਪਹਿਲਾਂ ਸੁਣਿਆ ਹੋਣਾ, ਠੀਕ ਹੈ। ਤੇ ਗਾਇਤਰੀ ਮੰਤਰ ਹੈ ਜਿਹੜਾ ਉਹ ਕਿਹਾ ਜਾਂਦਾ ਕਿ ਉਹ ਮਹਾਰਿਸ਼ੀ ਵਿਸ਼ਵਮਿੱਤਰ ਨੇ ਲਿਖਿਆ ਸੀ, ਵਿਸ਼ਵਮਿੱਤਰ ਨੇ ਲਿਖਿਆ ਸੀ। ਇਹ ਵੀ ਯਾਦ ਰੱਖ ਸਕਦੇ ਹੋ ਪੁਆਇੰਟ, ਇਹ ਵੀ ਆ ਜਾਂਦਾ ਹੈ
ਮਹਾਰਿਸ਼ੀ ਵਿਸ਼ਵਮਿੱਤਰ ਨੇ। ਤੇ ਗਾਇਤਰੀ ਮੰਤਰ ਹੈ ਜਿਹੜਾ ਇਹ ਸੂਰਯ ਦੇਵ ਨੂੰ ਸਮਰਪਿਤ ਹੈ, ਜਾਂ ਸਾਵਿਤਰ ਇਸਨੂੰ ਕਿਹਾ ਜਾਂਦਾ ਹੈ, ਸਾਵਿਤਰ ਨੂੰ ਸਮਰਪਿਤ ਹੈ, ਸਾਵਿਤਰ ਇਹਨੂੰ ਸਮਰਪਿਤ ਹੈ ਸੂਰਯ ਗੋੜ ਨੂੰ, ਠੀਕ ਹੈ ਨਾ, ਸਨ ਇਹਨੂੰ ਸਮਰਪਿਤ ਹੈ ਸਾਵਿਤਰ ਨੂੰ, ਠੀਕ ਹੈ। ਤੇ ਤੀਜੇ ਮੰਡਲ ਦੇ ਵਿੱਚੋਂ ਲੈ ਗਿਆ, ਰਿਗਵੇਦ ਦੇ ਵਿੱਚ ਟੋਟਲ 10 ਮੰਡਲ ਨੇ, ਠੀਕ ਹੈ, ਤੇ ਵਿਸ਼ਵਮਿੱਤਰ ਨੇ ਇਹ ਲਿਖਿਆ। ਓਕੇ, ਨੈਕਸਟ ਆ ਜਾਓ। ਮੌर्य ਸਾਮਰਾਜ ਦੀ ਰਾਜਧਾਨੀ ਕਿੱਥੇ ਸੀ? ਬਿਲਕੁਲ ਬੇਸਿਕ ਸਿੰਪਲ ਜਿਹਾ ਕੁਐਸਚਨ ਹੈ। ਤਾਂ ਪਾਟਲੀਪੁੱਤਰ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਨਾ ਪਾਟਲੀਪੁੱਤਰ ਕਿੱਥੇ ਹੈ। ਪਾਟਲੀਪੁੱਤਰ ਨੂੰ ਅੱਜ ਕੱਲ ਆਪਾਂ ਪਟਨਾ ਬੋਲਦੇ ਹਾਂ, ਤੇ ਪਟਨਾ ਤੁਹਾਨੂੰ ਪਤਾ ਹੈ ਬਿਹਾਰ ਦੀ ਰਾਜਧਾਨੀ ਹੈ। ਤੇ ਗੰਗਾ ਨਦੀ ਉਹਦੇ ਕਿਨਾਰੇ ਹੈ, ਠੀਕ ਹੈ ਨਾ, ਗੰਗਾ ਨਦੀ ਤੇ ਸੋਨ ਨਦੀ ਉਹਦੇ ਕਿਨਾਰੇ ਸੀਗਾ, ਠੀਕ ਹੈ। क्वेश्चन ਤੁਹਾਡੇ ਲਈ ਹੈ ਫਿਰ, ਚਲੋ ਇਹ ਦੱਸੋ ਪਾਟਲੀਪੁੱਤਰ ਸ਼ਹਿਰ ਬਣਾਇਆ ਕਿਸਨੇ ਸੀ? ਪਾਟਲੀਪੁੱਤਰ ਸ਼ਹਿਰ ਹੈ ਜਿਹੜਾ ਉਹ ਕਿਸ ਨੇ ਬਣਾਇਆ ਸੀ, ਇਹ ਤੁਸੀਂ ਕਮੈਂਟ ਕਰਕੇ ਦੱਸਣਾ ਹੈ, ਠੀਕ ਹੈ। ਮੈਂ ਆਪਣੀ ਜਿਹੜੀ ਕਲਾਸਾਂ ਸੀਗੀ ਐਂਸ਼ੀਐਂਟ ਹਿਸਟਰੀ, ਜਦੋਂ ਆਪਾਂ ਐਕਸਪਲੇਨੇਸ਼ਨ ਦੇ ਨਾਲ ਪੜ੍ਹੀ ਹੈ, ਹੁਣ ਤਾਂ ਆਪਾਂ MCQ ਕਰ ਰਹੇ ਹਾਂ ਨਾ, ਪ੍ਰੈਕਟਿਸ ਕਰ ਰਹੇ ਹਾਂ, ਉਹਦੇ 'ਚ ਮੈਂ ਕਰਾਇਆ ਵੀ ਪਾਟਲੀਪੁੱਤਰ ਸ਼ਹਿਰ ਕਿਸ ਨੇ ਬਣਾਇਆ ਸੀ, ਠੀਕ ਹੈ। ਤਾਂ ਮੈਨੂੰ ਉਮੀਦ ਹੈ ਤੁਸੀਂ ਸਾਰੀ ਵੀਡੀਓਜ਼ ਦੇਖੀਆਂ ਹੋਣੀਆਂ, ਤਾਂ ਤੁਹਾਨੂੰ ਪਤਾ ਹੋਊਗਾ, ਠੀਕ ਹੈ। ਨੈਕਸਟ ਆ ਜਾਓ। ਸੰਗਮ ਯੁੱਗ ਦੇ ਦੌਰਾਨ ਰੋਮਨ ਵਪਾਰ ਦੇ ਕੇਂਦਰ ਦਾ ਜ਼ਿਕਰ ਕਰੋ। ਮਤਲਬ ਜਦੋਂ ਸੰਗਮ ਯੁੱਗ ਚੱਲਦਾ ਸੀ, ਸੰਗਮ ਯੁੱਗ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਸਾਊਥ ਇੰਡੀਆ ਦੀ ਗੱਲ ਹੋ ਰਹੀ ਹੈ। ਸਾਊਥ ਇੰਡੀਆ ਦੀ ਜਿਹੜੀ ਸਭ ਤੋਂ ਪੁਰਾਣੀ ਹਿਸਟਰੀ ਹੈ ਨਾ, ਉਹਨੂੰ ਆਪਾਂ ਸੰਗਮ ਏਜ ਬੋਲਦੇ ਆ, ਸੰਗਮ ਕਾਲ ਬੋਲਦੇ ਆ, ਹੈ ਨਾ। ਮੇਨਲੀ ਤਾਮਿਲਨਾਡੂ, ਠੀਕ ਹੈ, ਤਾਮਿਲਨਾਡੂ ਵਾਲੀ ਜਿਹੜੀ ਤਾਮਿਲਲੈਂਡ ਹੈ ਨਾ, ਸੰਗਮ ਕਾਲ ਬੋਲਦੇ ਆ। ਤਾਂ ਉਸ ਟਾਈਮ ਇੰਡੀਆ ਦਾ ਜਿਹੜਾ ਵਪਾਰ ਹੈ, ਜਾਂ ਤੁਸੀਂ ਕਹਿ ਸਕਦੇ ਹੋ ਕਿ ਤਾਮਿਲਨਾਡੂ ਦਾ ਜਿਹੜਾ ਵਪਾਰ ਹੈ ਉਹ ਰੋਮ ਦੇ ਨਾਲ ਚੱਲਦਾ ਸੀ, ਰੋਮਨ ਸਾਮਰਾਜ ਦੇ ਨਾਲ। ਬਹੁਤ ਕੋਮਨ ਸੀਗਾ ਉਹ, ਬਹੁਤ ਜ਼ਿਆਦਾ ਕੋਮਨ, ਠੀਕ ਹੈ ਨਾ। ਸਮੁੰਦਰ ਦੇ ਰਾਸਤੇ ਹੀ ਉਹ ਸਾਰਾ ਵਪਾਰ ਹੁੰਦਾ ਸੀ। ਮੇਨਲੀ ਮਸਾਲੇ ਵਗੈਰਾ, ਪਲਸ ਵਗੈਰਾ, ਮਤਲਬ ਗਹਿਣੇ ਵਗੈਰਾ, ਹੈ ਨਾ, ਤਾਂ ਉਹ ਸਾਰਾ ਕੁਝ ਵਪਾਰ ਚੱਲਦਾ ਸੀ। ਤਾਂ ਇਹਨਾਂ ਵਿੱਚੋਂ ਜਿਹੜਾ ਸਭ ਤੋਂ ਫੇਮਸ ਸੈਂਟਰ ਸੀਗਾ ਉਹ ਸੀਗਾ ਵੀ ਮੁਸੀਰੀ, ਠੀਕ ਹੈ, ਇਹ ਯਾਦ ਰੱਖ ਲੈਣਾ। ਇਸ ਤੋਂ ਇਲਾਵਾ ਟੋਂਡੀ ਵਗੈਰਾ ਵੀ ਸੀਗੇ, ਬਟ ਆਪਸ਼ਨ ਦੇ ਵਿੱਚ ਐਟ ਪ੍ਰੈਜ਼ੈਂਟ ਜੇ ਆਪਾਂ ਗੱਲ ਕਰੀਏ ਸਿਰਫ ਇੱਕ ਇਹੀ ਆਪਸ਼ਨ ਸੂਟ ਕਰਦਾ ਹੈ, ਮੁਸੀਰੀ ਵਾਲਾ, ਠੀਕ ਹੈ। ਇਹ ਕਿੱਥੇ ਹੈ? ਤਾਮਿਲਨਾਡੂ ਦੇ ਵਿੱਚ ਹੈ, ਠੀਕ ਹੈ, ਤਾਮਿਲਨਾਡੂ ਦੇ ਵਿੱਚ ਕਾਵੇਰੀ ਨਦੀ ਦੇ ਕਿਨਾਰੇ ਹੈ, ਠੀਕ ਹੈ, ਯਾਦ ਰੱਖ ਲਿਓ। ਬਾਕੀ ਸੰਗਮ ਯੁੱਗ ਦੇ ਵਿੱਚ 3 ਸੰਗਮ ਹੋਏ ਹੈ। 3 ਸੰਗਮ ਦਾ ਮਤਲਬ ਹੈ, ਸੰਗਮ ਦਾ ਮਤਲਬ ਹੁੰਦਾ ਹੈ ਇਕੱਠ ਹੋਣਾ, ਠੀਕ ਹੈ। 3 ਸੰਗਮ ਹੋਏ ਹੈ, ਮਤਲਬ 3 ਬਹੁਤ ਵੱਡੇ ਵੱਡੇ ਸਮਾਗਮ ਹੋਏ ਆ, ਜਿਹਦੇ ਚ ਸਾਰੇ ਰਿਸ਼ੀ ਮੁਨੀ ਵਗੈਰਾ ਨੇ ਭਾਗ ਲਿਆ। ਉਸ ਟਾਈਮ ਦੇ ਜਿੰਨੇ ਵੀ ਸੀਗੇ, ਬਹੁਤ ਸਾਰੇ ਗ੍ਰੰਥ ਵਗੈਰਾ ਇੱਥੇ ਲਿਖੇ ਗਏ ਆ, ਹਨਾ। ਨੈਕਸਟ ਆ ਜਾਓ। ਚੋਲ ਰਾਜੇ ਡੈਸ਼ ਦੇ ਉੱਤੇ ਰਾਜ ਕਰਦੇ ਸੀਗੇ, ਤਾਂ ਮਤਲਬ ਚੋਲ ਵੰਸ਼ ਹੈ ਜਿਹੜਾ, ਉਹਨਾਂ ਦਾ ਰਾਜ ਕਿਹੜੀ ਸਟੇਟ ਦੇ ਉੱਤੇ ਸੀ? ਤਾਂ ਐਟ ਪ੍ਰੈਜ਼ੈਂਟ ਜੇ ਆਪਾਂ ਗੱਲ ਕਰੀਏ, ਤਾਮਿਲਨਾਡੂ ਵਾਲਾ ਜਿਹੜਾ ਏਰੀਆ ਉਹ ਉਹਨਾਂ ਦੀ ਕੋਰ ਟੈਰੀਟਰੀ ਸੀਗਾ। ਕੋਰ ਟੈਰੀਟਰੀ ਕੀ ਹੁੰਦਾ ਹੈ? ਮਤਲਬ ਜਿੱਥੋਂ ਉਹ ਵੰਸ਼ ਸ਼ੁਰੂ ਹੋਇਆ। ਹੁਣ ਸਾਮਰਾਜ ਤਾਂ ਦੇਖੋ, ਕੋਈ ਰਾਜਾ ਜਿਹਨੇ ਆਪਣਾ ਸਾਮਰਾਜ ਸ਼ੁਰੂ ਕਰਿਆ, ਜਿੱਥੋਂ ਉਹਨੇ ਸ਼ੁਰੂ ਕਰਿਆ ਉੱਥੇ ਉਹਦੀ ਰਾਜਧਾਨੀ ਹੋਊਗੀ। ਕਈ ਵਾਰ ਕੀ ਹੁੰਦਾ ਹੈ, ਉਹਨਾਂ ਦੇ ਵੰਸ਼ ਦੇ ਵਿੱਚ ਕੋਈ ਪਾਵਰਫੁਲ ਰਾਜਾ ਪੈਦਾ ਹੋ ਜਾਂਦਾ ਹੈ, ਤੇ ਉਹ ਕੀ ਕਰਦਾ ਹੈ, ਆਸ-ਪਾਸ ਦੇ ਇਲਾਕੇ ਜਿਹੜੇ ਜਿੱਤਣਾ ਸ਼ੁਰੂ ਕਰ ਦਿੰਦਾ ਹੈ ਨਾ, ਤਾਂ ਉਹਦਾ ਸਾਮਰਾਜ ਜਿਹੜਾ ਬਹੁਤ ਜ਼ਿਆਦਾ ਵੱਡਾ ਹੋ ਜਾਂਦਾ ਹੈ। ਉਸ ਤੋਂ ਬਾਅਦ ਕੀ ਹੈ, ਕਈ ਵਾਰ ਵੀਕ ਰਾਜਾ ਆਉਂਦਾ ਹੈ, ਤਾਂ ਉਹ ਸਾਮਰਾਜ ਜਿਹੜਾ ਇੰਨਾ ਵੱਡਾ ਉਹਨਾਂ ਨੇ ਕਰਿਆ ਜਿੱਤ ਕੇ, ਉਹ ਛੋਟਾ ਹੋਣਾ ਵੀ ਸ਼ੁਰੂ ਹੋ ਜਾਂਦਾ ਹੈ। ਬਟ ਜਿਹੜੀ ਕੋਰ ਟੈਰੀਟਰੀ ਹੈ, ਜਿੱਥੋਂ ਉਹ ਸ਼ੁਰੂ ਹੋਇਆ, ਉਹ ਹਮੇਸ਼ਾ ਉਹਨਾਂ ਕੋਲ ਹੀ ਰਹਿੰਦੀ ਹੈ, ਕੋਰ ਟੈਰੀਟਰੀ, ਠੀਕ ਹੈ। ਕੋਰ ਟੈਰੀਟਰੀ ਉਹਨਾਂ ਦੇ ਹੱਥ ਤੋਂ ਗਈ, ਇਹਦਾ ਮਤਲਬ ਵੰਸ਼ ਹੀ ਖਤਮ ਹੋ ਗਿਆ ਉਹ, ਠੀਕ ਹੈ। ਸਾਮਰਾਜ ਦੇ ਬਾਰਡਰ ਤਾਂ ਹਰ ਡੇਲੀ ਚੇਂਜ ਹੁੰਦੇ ਸੀ, ਡੇਲੀ ਰਾਜੇ ਮਹਾਰਾਜੇ ਲੜਾਈਆਂ ਲੜਦੇ ਹੀ ਸੀ, ਠੀਕ ਹੈ ਨਾ। ਕਦੇ ਕੋਈ ਰਾਜ ਜਿੱਤ ਲਿਆ ਉਹਨਾਂ ਨੇ, ਕਦੇ ਕੋਈ ਰਾਜ ਕਿਸੇ ਤੋਂ ਹਾਰ ਗਏ, ਤਾਂ ਇਹ ਤਾਂ ਚੱਲਦਾ ਰਹਿੰਦਾ ਸੀ, ਠੀਕ ਹੈ। ਬਟ ਜਿਹੜੀ ਕੋਰ ਟੈਰੀਟਰੀ ਹੈ ਉਹ ਹਮੇਸ਼ਾ ਉਹਨਾਂ ਕੋਲ ਹੀ ਹੁੰਦੀ ਸੀ, ਤੇ ਕੋਰ ਟੈਰੀਟਰੀ ਚੋਲ ਵਾਲੇ ਦੀ ਕਿਹੜੀ ਸੀਗੀ? ਤਾਮਿਲਨਾਡੂ ਸੀ, ਠੀਕ ਹੈ। ਇੱਦਾਂ ਤਾਂ ਚੋਲ ਵਾਲੇ ਨੇ ਸ਼੍ਰੀਲੰਕਾ ਵੀ ਜਿੱਤਿਆ ਹੋਇਆ ਸੀ, ਠੀਕ ਹੈ। ਨੈਕਸਟ ਹੈ ਜੀ, ਉਹ ਰਿਸ਼ੀ ਜਿਸ ਨੂੰ ਕਿਹਾ ਜਾਂਦਾ ਹੈ ਕਿ ਉਸਨੇ ਦੱਖਣ ਭਾਰਤ ਦਾ ਆਰਿਆਕਰਨ ਕਰਿਆ ਸੀ। ਆਰਿਆਕਰਨ ਮਤਲਬ ਜਿਹੜੀ ਆਰਿਆ ਸੱਭਿਅਤਾ ਸੀ ਜਾਂ ਆਰਿਆ ਕਲਚਰ ਸੀਗਾ, ਹਨਾ, ਆਪਣਾ ਨਾਰਥ ਇੰਡੀਆ ਦਾ ਹੈ, ਉਹਨੂੰ ਸਾਊਥ ਦੇ ਵਿੱਚ ਲੈ ਕੇ ਗਿਆ। ਉਹ ਕੌਣ ਰਿਸ਼ੀ ਸੀਗੇ? ਤਾਂ ਉਹ ਬਈ ਰਿਸ਼ੀ ਅਗਸਤਿਆ ਦੀ ਗੱਲ ਹੋ ਰਹੀ ਹੈ, ਠੀਕ ਹੈ। ਮਹਾਰਿਸ਼ੀ ਅਗਸਤਿਆ ਜਿਹੜੇ ਸੀਗੇ, ਇਹਨਾਂ ਨੂੰ ਕਿਹਾ ਜਾਂਦਾ ਹੈ ਕਿ ਜਿਹੜਾ ਆਰਿਆ ਕਲਚਰ ਹੈ ਨਾ, ਹਨਾ, ਆਰੀਅਨਸ ਦੇ ਜਿਹੜੀ ਕਲਚਰ ਹੈ ਜੋ ਵੀ ਹੈ, ਹਨਾ, ਉਹ ਸਾਰਾ ਕੁਝ ਸਾਊਥ ਦੇ ਵਿੱਚ ਕੌਣ ਲੈ ਕੇ ਗਏ? ਅਗਸਤਿਆ, ਮਹਾਰਿਸ਼ੀ ਅਗਸਤਿਆ, ਠੀਕ ਹੈ। ਨੈਕਸਟ ਦੇਖੋ ਜੀ, ਵੈਦਿਕ ਰੀਤੀ ਰਿਵਾਜਾਂ ਵਿਰੁੱਧ ਜਿਹੜਾ ਵੈਦਿਕ ਕਾਲ ਹੈ ਨਾ, ਉਹਨਾਂ ਦੇ ਵੈਦਿਕ ਕਾਲ ਦੇ ਵਿੱਚ ਵੈਦਿਕ ਰੀਤੀ ਰਿਵਾਜ ਚੱਲਦੇ ਸੀ, ਤੇ ਵੈਦਿਕ ਕਾਲ ਤੋਂ ਬਾਅਦ ਫਿਰ ਉੱਤਰ ਵੈਦਿਕ ਕਾਲ ਹੈ ਨਾ, ਬਾਅਦ ਦੇ ਵਿੱਚ ਕੀ ਆ, ਉਹਨਾਂ ਦੇ ਵਿਰੁੱਧ ਪਹਿਲੀ ਲਹਿਰ ਜਿਹੜੀ ਉਹ ਕਦੋਂ ਸ਼ੁਰੂ ਹੋਈ? ਪਹਿਲੀ ਲਹਿਰ ਮਤਲਬ ਜਿਹੜਾ ਵੈਦਿਕ ਕਾਲ ਚਲਾ ਆ ਰਿਹਾ ਹੈ ਨਾ, ਉਹਦੇ ਜੋ ਵੀ ਰੀਤੀ ਰਿਵਾਜ ਸੀਗੇ, ਉਹਨਾਂ ਦੇ ਵਿਰੁੱਧ ਪਹਿਲੀ ਵਾਰ ਆਵਾਜ਼ ਜਿਹੜੀ ਉਹ ਕਦ ਉੱਠੀ ਹੈ, ਜਾਂ ਉਹਨਾਂ ਦੇ ਖਿਲਾਫ, ਹੈ ਨਾ, ਕਦ ਤੋਂ ਸ਼ੁਰੂ ਹੋਇਆ ਹੈ? ਤਾਂ ਇਹ ਗੱਲ ਹੋ ਰਹੀ ਹੈ 600 BC ਦੇ ਆਸ-ਪਾਸ ਦੀ, ਠੀਕ ਹੈ। 600 BC ਦੇ ਆਸ-ਪਾਸ, 600 ਈਸਾ ਪੂਰਵ, ਜਦੋਂ ਨਵੇਂ ਰਿਲੀਜਨਸ, ਨਵੇਂ ਵਿਚਾਰਾਂ ਦਾ ਜਨਮ ਹੁੰਦਾ ਹੈ, ਨਵੇਂ ਸੰਪਰਦਾਇਆਂ ਦਾ ਜਨਮ ਹੁੰਦਾ ਹੈ, ਜਿਵੇਂ ਜੈਨਿਜ਼ਮ ਹੋ ਗਿਆ, ਬੁੱਧਿਜ਼ਮ, ਜਿਹੜੇ ਬਾਅਦ ਦੇ ਵਿੱਚ ਬਹੁਤ ਜ਼ਿਆਦਾ ਫੇਮਸ ਹੋਏ ਆ। ਜੈਨ ਧਰਮ ਤੇ ਬੁੱਧ ਧਰਮ, ਇਹ 2 ਸੰਪਰਦਾਇ ਸੀਗੇ ਜਿਹੜੇ ਬਾਅਦ ਦੇ ਵਿੱਚ ਰਿਲੀਜਨ ਦੇ ਵਿੱਚ ਕਨਵਰਟ ਹੋਏ ਆ।
ਬਾਕੀ ਹੋਰ ਬਹੁਤ ਸੀਗੇ 50-60 ਦੇ ਨੇੜੇ ਤੇੜੇ ਨਵੇਂ-ਨਵੇਂ ਧਰਮ ਹੈ ਜਿਹੜੇ ਉਹ ਸ਼ੁਰੂ ਹੋਏ ਸੀ ਵੈਦਿਕ ਕਾਲ ਤੋਂ ਬਾਅਦ। ਪਹਿਲਾਂ ਵੈਦਿਕ ਕਾਲ ਚੱਲਿਆ ਵੀ, ਠੀਕ ਹੈ ਨਾ। ਆਪਾਂ 1500 BC ਦੇ ਨੇੜੇ ਤੇੜੇ ਦੀ ਜੇ ਆਪਾਂ ਗੱਲ ਕਰੀਏ, 1500 BC ਦੇ ਨੇੜੇ ਤੇੜੇ 1500 ਈਸਾ ਪੂਰਵ ਦੇ ਨੇੜੇ ਤੇੜੇ ਵੈਦਿਕ ਕਾਲ ਸ਼ੁਰੂ ਹੋਇਆ ਸੀਗਾ, ਮਤਲਬ ਵੇਦ ਵਗੈਰਾ ਹੈ ਨਾ, ਰਿਗਵੇਦ ਦੇ ਹਿਸਾਬ ਨਾਲ ਚੱਲ ਰਹੇ ਸੀ ਸਾਰੇ। ਉਸ ਤੋਂ ਬਾਅਦ ਕੀ ਹੈ 1000 BC 1000 ਈਸਾ ਪੂਰਵ ਦੇ ਨੇੜੇ ਤੇੜੇ ਉੱਤਰ ਵੈਦਿਕ ਕਾਲ ਸ਼ੁਰੂ ਹੋ ਜਾਂਦਾ ਹੈ। ਉੱਤਰ ਵੈਦਿਕ ਕਾਲ ਦੇ ਵਿੱਚ ਕੀ ਹੈ, ਜਿਹੜੇ ਲੋਕ ਸੀਗੇ ਬਈ ਉਹ ਥੋੜੇ ਅਲੱਗ ਸੀਗੇ ਵੈਦਿਕ ਵਾਲਿਆਂ ਤੋਂ, ਠੀਕ ਹੈ। ਵੈਦਿਕ ਵਾਲੇ ਜਿਹੜੇ ਲੋਕ ਸੀਗੇ ਵੈਦਿਕ ਕਾਲ ਵਾਲੇ ਇਹਨਾਂ ਦਾ ਕਲਚਰ ਥੋੜਾ ਜਿਹਾ ਹੋਰ ਸੀ ਤੇ ਉੱਤਰ ਵੈਦਿਕ ਕਾਲ ਵਾਲਿਆਂ ਦਾ ਥੋੜਾ ਜਿਹਾ ਹੋਰ ਸੀ, ਠੀਕ ਹੈ। ਉੱਤਰ ਵੈਦਿਕ ਵਾਲਿਆਂ ਦਾ ਥੋੜਾ ਜਿਹਾ ਹੋਰ ਕਲਚਰ ਸੀਗਾ, ਕਿਉਂਕਿ ਇਸ ਟਾਈਮ ਕੀ ਹੈ ਲੋਹੇ ਦੀ ਖੋਜ ਹੋ ਚੁੱਕੀ ਸੀ, ਲੋਕ ਖੇਤੀ ਵੱਲ ਚਲੇ ਗਏ ਸੀ, ਲੋਕਾਂ ਕੋਲ ਪੈਸਾ ਆ ਗਿਆ ਸੀ, ਨਵੇਂ-ਨਵੇਂ ਕਿੱਤੇ ਰੁਜ਼ਗਾਰ ਉਹਨਾਂ ਨੂੰ ਮਿਲ ਗਏ ਤੇ ਉਹ ਵੇਦ ਵਗੈਰਾ ਜਿੰਨੇ ਸੀਗੇ ਜਿਹੜੇ ਵੇਦਾਂ ਦੀ ਸਿੱਖਿਆ ਵਗੈਰਾ ਸੀ ਉਹਨਾਂ ਤੋਂ ਭਟਕ ਚੁੱਕੇ ਸੀ, ਠੀਕ ਹੈ। ਤੇ ਆਪਣੇ ਨਵੇਂ-ਨਵੇਂ ਕਰਮ ਕਾਂਡ ਉਹਨਾਂ ਦੇ ਵਿੱਚ ਜ਼ਿਆਦਾ ਉਹ ਬਿਜੀ ਹੋ ਗਏ ਸੀ, ਠੀਕ ਹੈ। ਤਾਂ ਕਰਕੇ ਜਿਹੜਾ ਵੈਦਿਕ ਧਰਮ ਸੀ ਉਹ ਆਪਣੀ ਸ਼ੁੱਧਤਾ ਜਿਹੜੀ ਉਹ ਖੋ ਚੁੱਕਿਆ ਸੀ, ਆਪਣੀ ਜਿਹੜੀ ਪਿਓਰਿਟੀ ਸੀ ਹਨਾ ਉਹ ਖੋ ਚੁੱਕਿਆ ਸੀ। ਤਾਂ ਲੋਕ ਜਿਹੜੇ ਫਿਰ ਪੁਰਾਣੇ ਮਤਲਬ ਲੋਕ ਨਾ ਪੁਰਾਣੇ ਧਰਮ ਤੋਂ ਸਾਰੇ ਅੱਕ ਚੁੱਕੇ ਸੀ 600 BC ਦੇ ਨੇੜੇ ਤੇੜੇ। 600 BC ਦੇ ਨੇੜੇ ਤੇੜੇ ਪਹੁੰਚਦੇ ਲੋਕ ਵੈਦਿਕ ਧਰਮ ਤੋਂ ਛੁਟਕਾਰਾ ਪਾਣਾ ਚਾਹੁੰਦੇ ਸੀ ਤੇ ਨਵੇਂ-ਨਵੇਂ ਧਰਮਾਂ ਦੀ ਤਲਾਸ਼ ਦੇ ਵਿੱਚ ਸੀਗੇ, ਠੀਕ ਹੈ ਨਾ। ਤਾਂ ਉਸ ਟਾਈਮ ਹੈ ਜਿਹੜੇ 50-60 ਨਵੇਂ-ਨਵੇਂ ਸੰਪਰਦਾਇ ਨਵੇਂ-ਨਵੇਂ ਵਿਚਾਰ ਸ਼ੁਰੂ ਹੁੰਦੇ ਆ, ਉਹਨਾਂ ਦੇ ਵਿੱਚੋਂ ਥੋੜਾ ਟਾਈਮ ਚੱਲਦੇ ਆ ਉਹ ਫਿਰ ਖਤਮ ਹੋ ਜਾਂਦੇ ਆ। ਬਸ ਦੋ, ਇੱਕ ਜੈਨ ਤੇ ਇੱਕ ਬੁੱਧ, ਇਹ ਜਿਹੜੇ ਦੋ ਸੰਪਰਦਾ ਸੀਗੇ ਇਹ ਬਾਅਦ ਦੇ ਵਿੱਚ ਰਿਲੀਜਨ ਦੇ ਵਿੱਚ ਕਨਵਰਟ ਹੁੰਦੇ ਆ ਤੇ ਜਿਹੜੇ ਅੱਜ ਵੀ ਇਹ ਚੱਲ ਰਹੇ ਆ, ਠੀਕ ਹੈ ਨਾ। ਤਾਂ ਇਹ ਸਾਰਾ ਕੁਝ ਹੈ ਬਈ, ਤਾਂ 600 BC ਦੇ ਨੇੜੇ ਤੇੜੇ ਦੀ ਗੱਲ ਹੈ, ਠੀਕ ਹੈ। ਬਾਕੀ ਡਿਟੇਲ ਦੇ ਵਿੱਚ ਤੁਸੀਂ ਜੈਨ ਧਰਮ ਤੇ ਬੁੱਧ ਧਰਮ ਦਾ ਇੱਕ ਪ੍ਰੋਪਰ ਲੈਕਚਰ ਹੈ YouTube ਦੇ ਉੱਤੇ, ਠੀਕ ਹੈ, ਮੇਰਾ ਹੀ ਹੈ, ਤੇ ਉਹਦਾ ਲਿੰਕ ਵੀ ਮੈਂ ਤੁਹਾਨੂੰ ਵੀਡੀਓ ਦੇ ਥੱਲੇ ਡਿਸਕ੍ਰਿਪਸ਼ਨ 'ਚ ਦੇ ਦੂੰ, ਉਹ ਵੀਡੀਓ ਤੁਸੀਂ ਜ਼ਰੂਰ ਦੇਖ ਲਿਓ, ਠੀਕ ਹੈ, ਸਮਝ ਆ ਜਾਊਗਾ ਸਾਰਾ ਕੁਝ। ਨੈਕਸਟ ਹੈ ਜੀ ਵਰਾਹ ਮਹੀਰ, ਹੈ ਨਾ। ਵਰਾਹ ਮਹੀਰ ਨੇ ਇੱਕ ਕਿਤਾਬ ਲਿਖੀ ਸੀ ਪੰਚ ਸਿਧਾਂਤ, ਇਹ ਕਿਸ ਨਾਲ ਸੰਬੰਧਿਤ ਹੈ? ਤਾਂ ਵਰਾਹ ਮਹੀਰ ਦਾ ਪੰਚ ਸਿਧਾਂਤ ਹੈ ਜਿਹੜਾ ਉਹ ਕਿਸ ਨਾਲ ਸੰਬੰਧਿਤ ਹੈ, ਠੀਕ ਹੈ। ਵਰਾਹ ਮਹੀਰ ਬਹੁਤ ਵੱਡੇ ਸਾਇੰਟਿਸਟ ਸੀਗੇ ਬਈ ਗੁਪਤ ਕਾਲ ਦੇ। ਕਿਹੜੇ ਕਾਲ ਦੇ? ਗੁਪਤ ਕਾਲ ਦੇ, ਜਦੋਂ ਗੁਪਤ ਰਾਜਿਆਂ ਦਾ ਰਾਜ ਚੱਲ ਰਿਹਾ ਸੀਗਾ, ਗੁਪਤ ਏਜ ਦੇ ਬਹੁਤ ਵੱਡੇ ਸਾਇੰਟਿਸਟ ਸੀਗੇ। ਇਹਨਾਂ ਨੇ ਕਿਤਾਬ ਲਿਖੀ ਸੀ ਪੰਚ ਸਿਧਾਂਤ, ਜਿਹੜੀ ਬਹੁਤ ਜ਼ਿਆਦਾ ਫੇਮਸ ਹੈ। ਤੇ ਇਹ ਜਿਹੜੀ ਬੁੱਕ ਹੈ ਇਹ ਖਗੋਲ ਵਿਗਿਆਨ ਦੇ ਉੱਤੇ, ਖਗੋਲ ਵਿਗਿਆਨ ਯਾਨੀ ਐਸਟਰੋਨੋਮੀ ਦੇ ਉੱਤੇ ਆਧਾਰਿਤ ਹੈ। ਖਗੋਲ ਵਿਗਿਆਨ, ਬ੍ਰਹਮੰਡ ਵਗੈਰਾ ਹੈ ਨਾ, ਗ੍ਰਹਿਾਂ ਵਗੈਰਾ, ਇਹਨਾਂ ਦੇ ਉੱਤੇ ਆਧਾਰਿਤ ਹੈ ਤੇ ਬਹੁਤ ਵੱਡੇ ਸਾਇੰਟਿਸਟ ਸੀਗੇ। ਇਹ ਯਾਦ ਰੱਖ ਲੈਣਾ। ਇਹ ਵੀ ਪੁੱਛੀ ਜਾਂਦਾ ਹੈ ਕਿ ਕਿਹੜੇ ਟਾਈਮ ਦੇ ਵਿੱਚ ਇਹ ਸੀਗੇ, ਤਾਂ ਇਹ ਗੁਪਤ ਕਾਲ ਦੇ ਵਿੱਚ ਸੀਗੇ, ਗੁਪਤ ਰਾਜਾ ਦਾ ਜਦੋਂ ਰਾਜ ਸੀਗਾ ਹੈ ਨਾ ਉਸ ਟਾਈਮ ਦੇ ਸੀਗੇ। ਨੈਕਸਟ ਹੈ ਜੀ ਉਮਰ ਦੇ ਵੱਧਦੇ ਕ੍ਰਮ ਦੇ ਵਿੱਚ ਆਰਿਆ ਸਮਾਜ ਵਿੱਚ ਮਨੁੱਖ ਦੇ ਜੀਵਨ ਦੇ ਹੇਠਲੇ ਪੜਾਵਾਂ ਵਿੱਚੋਂ ਕਿਹੜਾ ਇੱਕ ਸਹੀ ਹੈ? ਤਾਂ ਹੈ ਕੀ ਹੈ ਬਈ, ਦੇਖੋ ਕੁਐਸਚਨ ਕੀ ਹੈ। ਆਰਿਆ ਸਮਾਜ ਜਦੋਂ ਸੀਗਾ ਨਾ ਹੈ ਨਾ, ਵੈਦਿਕ ਟਾਈਮ ਦੀ ਗੱਲ ਹੋ ਰਹੀ ਹੈ। ਆਰੀਅਨਸ ਦਾ ਜੀਵਨ ਹੈ ਜਿਹੜਾ ਪੂਰਾ ਦਾ ਪੂਰਾ ਉਹ 4 ਹਿੱਸਿਆਂ ਦੇ ਵਿੱਚ ਡਿਵਾਈਡ ਸੀਗਾ, ਠੀਕ ਹੈ। 4 ਹਿੱਸਿਆਂ ਦੇ ਵਿੱਚ ਡਿਵਾਈਡ ਸੀਗਾ। ਸਭ ਤੋਂ ਪਹਿਲਾਂ ਬ੍ਰਹਮਚਾਰ, ਠੀਕ ਹੈ, ਸਭ ਤੋਂ ਪਹਿਲਾਂ ਕਿਹੜਾ ਸੀਗਾ? ਬ੍ਰਹਮਚਾਰ। ਉਸ ਤੋਂ ਬਾਅਦ ਫਿਰ ਉਹ ਗ੍ਰਹਸਥ ਜੀਵਨ ਜਿੰਦੇ ਸੀ, ਮਤਲਬ ਮੈਰਿਜ ਕਰਕੇ ਗ੍ਰਹਸਥ ਜੀਵਨ ਉਹ ਜੀ ਰਹੇ ਆ। ਉਸ ਤੋਂ ਬਾਅਦ ਫਿਰ ਗ੍ਰਹਸਥ ਜੀਵਨ ਤੋਂ ਬਾਅਦ ਉਹ ਰਿਟਾਇਰ ਹੋ ਜਾਂਦੇ ਸੀ, ਉਹਨੂੰ ਕਿਹਾ ਜਾਂਦਾ ਸੀ ਵਾਨਪ੍ਰਸਥ, ਠੀਕ ਹੈ। ਤੇ ਵਾਨਪ੍ਰਸਥ ਤੋਂ ਬਾਅਦ ਫਿਰ ਉਹ ਸਾਰਾ ਕੁਝ ਛੋੜ ਕੇ ਸੰਨਿਆਸ ਲੈ ਲਿਆ ਉਹਨਾਂ ਨੇ, ਠੀਕ ਹੈ। ਤਾਂ ਇਹ 4 ਕੈਟਾਗਰੀਆਂ ਦੇ ਵਿੱਚ ਤੁਸੀਂ ਕਹਿ ਸਕਦੇ ਹੋ, 4 ਪੜਾਵਾਂ ਦੇ ਵਿੱਚ ਕਹਿ ਸਕਦੇ ਹੋ, 4 ਹਿੱਸਿਆਂ ਦੇ ਵਿੱਚ ਕਹਿ ਸਕਦੇ ਹੋ, 4 ਪਾਰਟਸ ਦੇ ਵਿੱਚ ਕਹਿ ਸਕਦੇ ਹੋ। ਇੱਕ ਆਰੀਅਨ ਵਿਅਕਤੀ ਦਾ ਜੀਵਨ ਹੈ ਜਿਹੜਾ ਉਹ 4 ਹਿੱਸਿਆਂ ਦੇ ਵਿੱਚ ਡਿਵਾਈਡ ਸੀਗਾ। ਬ੍ਰਹਮਚਾਰ, ਗ੍ਰਹਸਥ ਜੀਵਨ, ਵਾਨਪ੍ਰਸਥ ਤੇ ਸੰਨਿਆਸ। ਇਦਾਂ ਹੀ ਯਾਦ ਰੱਖ ਲੈਣਾ, ਇਹ ਚੜ੍ਹਦਾ ਕਰਮ ਹੈ, ਠੀਕ ਹੈ ਨਾ। ਪਹਿਲਾਂ ਬ੍ਰਹਮਚਾਰ, ਫਿਰ ਗ੍ਰਹਸਥ ਜੀਵਨ, ਫਿਰ ਵਾਨਪ੍ਰਸਥ ਤੇ ਫਿਰ ਸੰਨਿਆਸ, ਯਾਨੀ ਆਪਸ਼ਨ ਏ ਹੈ ਜਿਹੜਾ ਉਹ ਰਾਈਟ ਆਨਸਰ ਹੈਗਾ, ਠੀਕ ਹੈ। ਯਾਦ ਰੱਖ ਲੈਣਾ ਇਹਨੂੰ ਇਦਾਂ ਹੀ, BGVS, ਠੀਕ ਹੈ ਨਾ। ਬਸ ਇਦਾਂ ਯਾਦ ਰੱਖ ਲਓ, BGVS, BG, ਠੀਕ ਹੈ ਨਾ, BGVS। ਸੰਨਿਆਸ ਦਾ ਬੰਦਾ ਸਭ ਤੋਂ ਐਂਡ ਦੇ ਵਿੱਚ ਲੈਂਦਾ, ਤੁਸੀਂ ਇਹ ਵੀ ਯਾਦ ਰੱਖ ਸਕਦੇ ਹੋ ਹੈ ਨਾ। ਸੰਨਿਆਸ ਐਸ ਸਭ ਤੋਂ ਐਂਡ 'ਚ ਆਊਗਾ, ਤਾਂ BGVS ਇਦਾਂ ਕਰਕੇ ਯਾਦ ਰੱਖ ਲੈਣਾ ਆਪਾਂ ਨੇ, ਠੀਕ ਹੈ। ਨੈਕਸਟ ਆ ਜਾਓ, ਵੈਦਿਕ ਆਰੀਅਨਸ ਦਾ ਮੁੱਖ ਭੋਜਨ ਕੀ ਸੀ? ਮੁੱਖ ਭੋਜਨ, ਤਾਂ ਵੈਦਿਕ ਆਰੀਅਨ ਜਿਹੜੇ ਸੀਗੇ ਉਹ ਦੁੱਧ ਤੇ ਦੁੱਧ ਤੋਂ ਬਣੇ ਪ੍ਰੋਡਕਟ ਬਹੁਤ ਜ਼ਿਆਦਾ ਇਸਤੇਮਾਲ ਕਰਦੇ ਸੀ, ਠੀਕ ਹੈ। ਕਿਉਂਕਿ ਉਹਨਾਂ ਦੀ ਜਿਹੜੀ ਸਾਰਾ ਕੁਝ ਉਹਨਾਂ ਦਾ ਗਊ ਦੇ ਉੱਤੇ ਹੀ ਡਿਪੈਂਡ ਸੀ, ਜਿਹਦੇ ਕੋਲ ਜਿੰਨੀ ਜ਼ਿਆਦਾ ਗਊ ਉਹ ਉਨਾ ਹੀ ਜ਼ਿਆਦਾ ਅਮੀਰ ਮੰਨਿਆ ਜਾਂਦਾ ਸੀ, ਠੀਕ ਹੈ ਨਾ। ਤੇ ਵੇਦਾਂ ਦੇ ਵਿੱਚ ਇਸੇ ਕਰਕੇ ਗਊ ਹੈ ਜਿਹੜੀ ਗਊ ਹੱਤਿਆ ਨੂੰ ਮਤਲਬ
ਪਾਪ ਕਿਹਾ ਗਿਆ ਕਿ ਗਊ ਦੀ ਹੱਤਿਆ ਨਹੀਂ ਕਰਨੀ, ਕਿਉਂਕਿ ਸਾਰਾ ਕੁਝ ਉਹਨਾਂ ਦਾ ਗਊ ਦੇ ਉੱਤੇ ਹੀ ਡਿਪੈਂਡ ਸੀ, ਗਊ ਨੂੰ ਹੀ ਉਹ ਮਾਤਾ ਦੇ ਰੂਪ ਵਿੱਚ ਮੰਨਦੇ ਸੀ, ਠੀਕ ਹੈ ਨਾ। ਤਾਂ ਇਸ ਕਰਕੇ ਦੁੱਧ ਅਤੇ ਦੁੱਧ ਤੋਂ ਬਣੇ ਪ੍ਰੋਡਕਟ ਹੈ ਜਿਹੜੇ ਉਹ ਬਹੁਤ ਜ਼ਿਆਦਾ ਕੰਜ਼ਿਊਮ ਕਰਦੇ ਸੀਗੇ ਆਰੀਅਨਸ ਲੋਕ, ਠੀਕ ਹੈ, ਯਾਦ ਰੱਖ ਲੈਣਾ, ਠੀਕ ਹੈ ਬਾਈ। ਨੈਕਸਟ ਆ ਜਾਓ, ਠੀਕ ਹੈ। ਤਾਂ ਕਿੰਨੇ ਕੁਐਸਚਨ ਆਪਣੇ ਹੋ ਗਏ, 190 ਤੱਕ ਪਹੁੰਚ ਗਏ ਆ ਬਾਈ, ਤੇ ਜਲਦੀ ਆਪਾਂ 500 ਕੁਐਸਚਨ ਕਵਰ ਕਰ ਲਾਂਗੇ। ਉਸ ਤੋਂ ਬਾਅਦ ਤੁਹਾਨੂੰ ਫਿਰ ਕੋਈ ਹੋਰ ਮਤਲਬ ਇੱਕ ਆਪਣੀ ਵੀਡੀਓਜ਼ ਹੋਗੀ ਐਂਸ਼ੀਐਂਟ ਦੀ, ਤੇ ਇਹ 500 ਕੁਐਸਚਨ ਹੋ ਗਏ, ਇੰਨਾ ਬਹੁਤ ਹੈ ਪੰਜਾਬ ਦੇ ਪੇਪਰਾਂ ਦੇ ਵਿੱਚ, ਉਸ ਤੋਂ ਬਾਹਰ ਨਹੀਂ ਆਣਾ, ਠੀਕ ਹੈ ਨਾ, ਬਹੁਤ ਹੋ ਜਾਊਗਾ। ਬਾਕੀ ਕੋਈ ਵੀ ਡਾਊਟ ਹੈ, ਕੋਈ ਵੀ ਕੁਐਰੀ ਹੈ, ਡਾਇਰੈਕਟਲੀ ਮੈਸੇਜ ਕਰ ਸਕਦੇ ਹੋ, ਨੋ ਟੈਨਸ਼ਨ, ਠੀਕ ਹੈ। ਕਈ ਵਾਰ ਇਹ ਹੁੰਦਾ ਹੈ ਕਿ ਮੈਸੇਜ ਵਗੈਰਾ ਨਹੀਂ ਸੀਨ ਕਰਦੇ ਤਾਂ ਰਿਪਲਾਈ ਦੇ ਵਿੱਚ ਥੋੜੀ ਮਤਲਬ ਵੇਟ ਕਰ ਲਿਓ, ਇਹ ਨਹੀਂ ਹੈ ਕਿ ਤੁਸੀਂ ਡਾਇਰੈਕਟ ਮੈਸੇਜ ਕਰਿਆ ਤੇ ਮੈਂ ਮੋਬਾਈਲ ਦੇ ਉੱਤੇ ਹੀ ਬੈਠਾ ਮੈਂ ਤੁਹਾਨੂੰ ਤੁਰੰਤ ਰਿਪਲਾਈ ਕਰ ਦੂੰ, ਬਟ ਇਹ ਤੁਹਾਨੂੰ ਰਿਪਲਾਈ ਮਿਲ ਜੂਗਾ, ਤੁਹਾਡਾ ਜੋ ਵੀ ਡਾਊਟ ਹੋਗਾ ਉਹ ਸੋਲਵ ਹੋ ਜੂਗਾ, ਠੀਕ ਹੈ, ਮੈਸੇਜ ਕਰ ਸਕਦੇ ਹੋ। ਬਾਕੀ ਬਾਈ ਆਪਣਾ ਐਂਡਰੋਇਡ ਐਪ ਹੈਗੀ ਆਪਣੀ, ਜੇ ਤੁਸੀਂ ਚੈਨਲ ਦੇ ਉੱਤੇ ਨਹੀਂ ਹੋ, ਤੁਹਾਨੂੰ ਨਹੀਂ ਪਤਾ, ਆਪਣੀ ਐਂਡਰੋਇਡ ਐਪ ਹੈਗੀ ਆ ਬਈ ਪ੍ਰਤਾਪ ਅਕੈਡਮੀ ਐਗਜ਼ਾਮ ਕੀ ਦੇ ਨਾਂ ਤੋਂ ਐਂਡਰੋਇਡ ਐਪ ਹੈ, ਵੀਡੀਓ ਦੇ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਜਾਓ, ਉੱਥੋਂ ਲਿੰਕ ਵੀ ਮਿਲ ਜੂਗਾ, ਜਾਂ ਫਿਰ ਡਾਇਰੈਕਟ ਪਲੇ ਸਟੋਰ ਤੇ ਜਾ ਕੇ ਤੁਸੀਂ ਲਿਖੋ ਪ੍ਰਤਾਪ ਅਕੈਡਮੀ ਐਗਜ਼ਾਮ ਕੀ, ਆਪਣੀ ਐਪ ਆ ਜੂਗੀ, ਐਪ ਡਾਊਨਲੋਡ ਕਰ ਲਓ। ਪੰਜਾਬ ਦੇ ਕਿਸੇ ਵੀ ਐਗਜ਼ਾਮ ਦੀ ਤੁਸੀਂ ਤਿਆਰੀ ਕਰ ਰਹੇ ਹੋ, ਹਰ ਇੱਕ ਦਾ ਬੈਚ, ਹਰ ਇੱਕ ਦਾ ਕੋਰਸ ਹੈ ਜਿਹੜਾ ਆਲਰੇਡੀ ਉੱਥੇ ਚੱਲਿਆ ਹੋਇਆ, ਤੁਸੀਂ ਕੋਈ ਵੀ ਕੋਰਸ ਹੈ ਜਿਹੜਾ ਉਹ ਜੁਆਇਨ ਕਰ ਸਕਦੇ ਹੋ, ਠੀਕ ਹੈ। ਹਰ ਇੱਕ ਕੋਰਸ ਦੇ ਉੱਤੇ ਤੁਹਾਨੂੰ 20% ਆਫ ਮਿਲ ਜੂਗਾ, ਬਸ ਤੁਸੀਂ ਕੋਡ ਅਪਲਾਈ ਕਰਨਾ ਹੈ ਅੰਕਿਤ 67 ਦੇ ਨਾਂ ਤੋਂ, ਇਹ ਜ਼ਰੂਰ ਨੋਟ ਕਰ ਲਿਓ, 20% ਆਫ ਮਿਲ ਜੂਗਾ, ਠੀਕ ਹੈ। ਬਾਕੀ ਤੁਹਾਡੇ ਕੋਲ ਜ਼ਿਆਦਾ ਪੈਸਾ ਹੈ ਤਾਂ ਰਹਿਣ ਵੀ ਦਿਓ, ਕੋਈ ਚੱਕਰ ਨਹੀਂ, ਠੀਕ ਹੈ। ਤੇ ਬਾਕੀ ਇੱਕ ਆਪਣਾ ਬੈਚ ਹੈ ਬਈ ਪ੍ਰਤਾਪੀ ਬੈਚ, ਸਾਰੇ ਪੇਪਰਾਂ ਵਾਸਤੇ ਇੱਕ ਕੰਬਾਈਨ ਬੈਚ ਆਪਾਂ ਨੇ ਬਣਾਇਆ। ਤੁਸੀਂ ਪੰਜਾਬ ਦੇ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ, ਤੁਹਾਨੂੰ ਅਲੱਗ-ਅਲੱਗ ਸੈਪਰੇਟ ਬੈਚ ਜੁਆਇਨ ਕਰਨ ਦੀ ਕੋਈ ਲੋੜ ਨਹੀਂ ਹੈਗੀ, ਬਸ ਇੱਕ ਬੈਚ ਤੁਸੀਂ ਜੁਆਇਨ ਕਰੋ, ਪ੍ਰਤਾਪੀ ਬੈਚ, ਸਾਰਾ ਕੁਝ ਤੁਹਾਨੂੰ ਇਸੇ ਬੈਚ ਦੇ ਵਿੱਚ ਮਿਲ ਜੂਗਾ, ਠੀਕ ਹੈ। ਤਾਂ ਇੱਕ ਵਾਰ ਜ਼ਰੂਰ ਟਰਾਈ ਕਰਿਓ ਇਹਨੂੰ, ਠੀਕ ਹੈ ਜੀ। ਫਿਰ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ। ਤੇ ਇਸ ਤੋਂ ਇਲਾਵਾ ਸਟੈਟਿਕ ਇੱਕ ਗੱਲ ਹੋ ਰਿਹਾ ਬਈ, ਸਟੈਟਿਕ ਜੀਕੇ ਨੂੰ ਤਾਂ ਚਲੋ ਬਾਅਦ ਚ ਦੇਖਾਂਗੇ, ਪਹਿਲਾਂ ਤੁਸੀਂ ਵੀਡੀਓ ਸ਼ੇਅਰ ਕਰਿਆ ਕਰੋ, ਠੀਕ ਹੈ ਨਾ। ਤੁਹਾਡਾ ਰਿਸਪੌਂਸ ਵੀਡੀਓ ਸ਼ੇਅਰ ਦਾ ਬਹੁਤ ਘੱਟ ਹੈ, ਤੁਸੀਂ ਵੀਡੀਓ ਸ਼ੇਅਰ ਨਹੀਂ ਕਰਦੇ ਹੋ, ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਬਾਈ, ਠੀਕ ਹੈ ਜੀ। ਥੈਂਕ ਯੂ, ਫਿਰ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ।